ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਅਗਮ ਅਗੋਚਰ ਸਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ। ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹੋਂ ਕਰੀ ਬਖਿਆਨ। ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹੋਂ ਕਰੀ ਬਖਿਆਨ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਕਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਵੇ ਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਕਿਨ ਮੈਂ ਕੋੜੇ ਹੋਏ ਗਏ ਜਿਤਨੇ ਮਾਇਆ ਭੋਗ। ਵਿਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ। ਕੀਤਾ ਕਿਛੂ ਨਾ ਹੋਵੈ ਲਿਖਿਆ ਧੁਰ ਸੰਜੋਗ। ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ। ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ ਬਿਨਸੇ ਸਭੇ ਸੋਚ। ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ ਬਿਨਸੇ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ। ਹਾਜ਼ਰਾ ਹਜੂਰ ਜਾਰਾ ਜਹੂਰ ਸਰਬ ਕਲਾ ਭਰਪੂਰ ਸ਼ਬਦ ਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਰਗਾਹ ਦੇ ਅੰਦਰ ਹਾਜ਼ਰੀਆਂ ਭਰ ਰਹੇ ਗੁਰੂ ਪਿਆਰ ਵਾਲੇ ਸਤਸੰਗੀ ਜਨੋ। ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਸਤ ਸੰਗਤ ਦਾ ਅਮੋਲਕ ਸਮਾਂ ਬਖਸ਼ਿਆ ਹੈ। ਸਤਿਕਾਰਯੋਗ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਰੱਬੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ।
ਅੱਜ ਕੱਤਕ ਦੇ ਮਹੀਨੇ ਦੀ ਸੰਗਰਾਂਦ ਹੈ। ਪੁਰਾਤਨ ਗ੍ਰੰਥਾਂ ਦੇ ਵਿੱਚ ਕੱਤਕ ਦਾ ਮਹੀਨਾ ਅਤੇ ਪੋਹ ਦਾ ਮਹੀਨਾ ਮਾੜਾ ਮੰਨਿਆ ਗਿਆ ਹੈ। ਜਿਵੇਂ ਵਾਰਾਂ ਦੇ ਵਿੱਚੋਂ ਕੁਝ ਵਾਰ ਪੰਡਤ ਦੇ ਬ੍ਰਾਹਮਣ ਦੇ ਬਣਾਏ ਹੋਏ ਗ੍ਰੰਥਾਂ ਵਿੱਚ ਮਾੜੇ ਹਨ, ਕੁਝ ਰੁੱਤਾਂ ਹਨ, ਕੁਝ ਥਿੱਤਾਂ ਹਨ ਅਤੇ ਹੋਰ ਵੀ ਬਹੁਤ ਕੁਝ ਜਿਸ ਬਾਰੇ ਲਿਖਿਆ ਗਿਆ ਕਿ ਇਹ ਮਾੜੀ ਚੀਜ਼ ਹੈ। ਇਸੇ ਤਰ੍ਹਾਂ 12 ਮਹੀਨਿਆਂ ਦੇ ਵਿੱਚੋਂ ਇਹ 2 ਮਹੀਨੇ ਅਸ਼ੁਭ ਮੰਨੇ ਗਏ ਨੇ, ਮਾੜੇ ਮੰਨੇ ਗਏ ਨੇ, ਕੱਤਕ ਦਾ ਮਹੀਨਾ ਅਤੇ ਪੋਹ ਦਾ ਮਹੀਨਾ। ਪਰ ਇਸ ਭਰਮ ਨੂੰ ਮਿਟਾਉਣ ਵਾਸਤੇ ਨਿਰੰਕਾਰੀ ਜੋਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ 2 ਜਾਮੇ ਇਹਨਾਂ ਮਹੀਨਿਆਂ ਵਿੱਚ ਹੀ ਧਾਰਨ ਕੀਤੇ ਨੇ ਕਿ ਕੋਈ ਮਹੀਨਾ, ਕੋਈ ਦਿਨ, ਥਿੱਤ, ਵਾਰ, ਕੋਈ ਰੁੱਤ ਮਾੜੀ ਨਹੀਂ ਹੈ। ਮਾੜੇ ਨੇ ਮਨੁੱਖ ਦੇ ਕਰਮ। ਕੱਤਕ ਦੇ ਮਹੀਨੇ ਅੰਦਰ ਸ਼੍ਰੀ ਗੁਰੂ ਨਾਨਕ ਦੇਵ ਜੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਪੋਹ ਦੇ ਮਹੀਨੇ ਦੇ ਅੰਦਰ ਉਹੀ ਜੋਤ 10ਵਾਂ ਜਾਮਾ ਧਾਰਨ ਕਰਦੇ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ। ਸਤਿਗੁਰੂ ਜੀ ਨੇ ਆਪਣੇ ਅਵਤਾਰ ਧਾਰਨ ਤੋਂ ਹੀ ਇਹ ਸਿੱਧ ਕਰ ਦਿੱਤਾ ਕੋਈ ਵੀ ਚੀਜ਼ ਮਾੜੀ ਨਹੀਂ ਹੈ, ਕਿਉਂਕਿ ਕੱਤਕ ਦੇ ਮਹੀਨੇ ਅੰਦਰ ਜੇ ਕੋਈ ਬੱਚਾ ਜਨਮ ਲੈਂਦਾ ਜਾਂ ਪੋਹ ਦੇ ਮਹੀਨੇ ਅੰਦਰ ਉਹਨੂੰ ਮਾੜਾ ਮੰਨਿਆ ਜਾਂਦਾ ਸੀ। ਉਹਦੇ ਵਾਸਤੇ ਫਿਰ ਪੰਡਤ ਉਪਚਾਰ ਦੱਸਦੇ ਸੀ ਵੀ ਸਾਡੇ ਕੋਲੋਂ ਇਸ ਤਰ੍ਹਾਂ ਦੀ ਪੂਜਾ ਕਰਾਓ, ਇਸ ਤਰ੍ਹਾਂ ਦੇ ਕਰਮ ਕਰਾਓ, ਇਹ ਤਾਂ ਇਹਦਾ ਜੀਵਨ ਸਹੀ ਹੋਵੇਗਾ। ਸਤਿਗੁਰੂ ਨੇ ਇਹਨਾਂ ਸਾਰੀਆਂ ਗੱਲਾਂ ਦਾ ਖੰਡਨ ਕੀਤਾ। ਕਹਿਣ ਲੱਗੇ, ਪਾਤਸ਼ਾਹ ਭਾਈ, ਪਰਮਾਤਮਾ ਨੇ ਜੋ ਕੁਝ ਵੀ ਬਣਾਇਆ ਹੈ ਚੰਗਾ ਬਣਾਇਆ ਹੈ, ਸ੍ਰੇਸ਼ਟ ਬਣਾਇਆ, ਵਧੀਆ ਬਣਾਇਆ ਹੈ। ਮਾੜਾ ਉਸਨੇ ਕੁਝ ਵੀ ਨਹੀਂ ਬਣਾਇਆ। ਮਾੜਾ ਬਣਾਉਂਦਾ ਹੈ ਮਨੁੱਖ, ਮਾੜੇ ਨੇ ਮਨੁੱਖ ਦੇ ਕਰਮ। ਤੇ ਆਪਾਂ ਵੇਖ ਸਕਦੇ ਹਾਂ ਇਸ ਸ੍ਰਿਸ਼ਟੀ ਦੇ ਅੰਦਰ ਜੇ ਕੁਝ ਮਾੜਾ ਕਰ ਰਿਹਾ ਹੈ ਤੇ ਉਹ ਮਨੁੱਖ ਕਰਦਾ ਹੈ। ਪਸ਼ੂ ਪੰਛੀ ਜਾਨਵਰ ਵੀ ਮਾੜਾ ਨਹੀਂ ਕਰਦੇ। ਅੱਜ ਸੰਸਾਰ ਦੇ ਵਿੱਚ ਤੁਸੀਂ ਹਾਲਤ ਵੇਖੋ ਸੰਸਾਰ ਦੀ, ਕੋਈ ਵੀ ਰਿਸ਼ਤਾ ਮਹਿਫੂਜ਼ ਨਹੀਂ ਰਿਹਾ। ਮਨੁੱਖ ਆਪਣਿਆਂ ਦੇ ਹੀ ਕਤਲ ਕਰੀ ਜਾਂਦਾ ਹੈ, ਪੈਸੇ ਦੀ ਖਾਤਰ, ਪਦਾਰਥ ਦੀ ਖਾਤਰ, ਔਰ ਆਪਣੇ ਜੀਵਨ ਤੋਂ ਇੰਨਾ ਨੀਵਾਂ ਗੁਰ ਚੁੱਕਿਆ ਹੈ ਕਿ ਪਾਤਸ਼ਾਹ ਕਹਿੰਦੇ ਤੇਰੇ ਨਾਲੋਂ ਤਾਂ ਪਸ਼ੂ ਵੀ ਚੰਗੇ ਨੇ, ਅਜੇ ਪੰਛੀ ਵੀ ਚੰਗੇ ਨੇ, ਜਾਨਵਰ ਵੀ ਚੰਗੇ ਨੇ, ਕਿਉਂਕਿ ਉਹ ਕਮ ਸੇ ਕਮ ਆਪਣੇ ਸੁਭਾਅ ਵਿੱਚ ਜੀ ਰਹੇ ਨੇ। ਉਹ ਆਪਣਾ ਸੁਭਾਅ ਨਹੀਂ ਤਿਆਗਦੇ। ਸ਼ੇਰ ਦਾ ਜੋ ਕਰਮ ਹੈ ਉਹੀ ਕਰਦਾ ਹੈ, ਸੱਪ ਦਾ ਜਿਹੜਾ ਕਰਮ ਹੈ ਉਹੀ ਕਰਦਾ ਹੈ, ਹਾਥੀ ਦਾ ਜਿਹੜਾ ਕਰਮ ਹੈ ਉਹੀ ਕਰਦਾ ਹੈ। ਪਰ ਜਿਹੜਾ ਮਨੁੱਖ ਹੈ, ਪਾਤਸ਼ਾਹ ਕਹਿੰਦੇ ਇਹ ਤਾਂ ਪਸ਼ੂਆਂ ਤੋਂ ਵੀ ਨੀਵੇਂ ਤਲ ਤੇ ਚਲਾ ਗਿਆ। ਪਸ਼ੂਆਂ ਤੋਂ ਨੀਵਾਂ ਤਲ ਕਿਹੜਾ ਹੈ? ਭੂਤਾਂ ਪ੍ਰੇਤਾਂ ਦਾ। ਤੇ ਪਾਤਸ਼ਾਹ ਕਹਿੰਦੇ ਮਨੁੱਖ ਹੁਣ ਮਨੁੱਖ ਨਹੀਂ ਰਿਹਾ। ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ, ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਗਦਾਰ। ਜਿਨ ਪੈਦਾ ਹੋ ਰਹੇ ਨੇ ਸਾਰੇ ਪਾਸੇ, ਭੂਤ ਪ੍ਰੇਤ, ਚੜੇਲਾਂ ਪੈਦਾ ਹੋ ਰਹੀਆਂ ਨੇ, ਇਸਤਰੀਆਂ ਨੇ ਚੜੇਲਾਂ ਦਾ ਰੂਪ ਧਾਰਨ ਕਰ ਲਿਆ ਹੈ, ਬੰਦਿਆਂ ਨੇ ਜਿਨ੍ਹਾਂ ਦਾ ਰੂਪ ਧਾਰਨ ਕਰ ਲਿਆ ਹੈ। ਭਾਵ ਕਿ ਲਹੂ ਪੀਣ ਵਾਲਾ ਸਮਾਜ ਬਣ ਗਿਆ ਮਨੁੱਖ ਦਾ। ਸਾਰਿਆਂ ਬਾਬਤ ਨਹੀਂ, ਬਹੁਤ ਘੱਟ ਜਿਹੜੇ ਮਨੁੱਖਾ ਤਲ ਤੇ ਜੀਵ ਰਹੇ ਨੇ
ਪਰ ਬਹੁਤਾਤ ਗਿਣਤੀ ਜਿਹੜੀ ਹੈ ਉਹ ਇਹਨਾਂ ਦੀ ਹੋ ਰਹੀ ਹੈ। ਇਸ ਕਰਕੇ ਰਾਜਨੀਤਿਕ ਦਲ ਭ੍ਰਸ਼ਟ ਹੋ ਗਏ, ਸਮਾਜਿਕ ਦਲ ਭ੍ਰਸ਼ਟ ਹੋ ਗਏ, ਧਾਰਮਿਕ ਦਲ ਭ੍ਰਸ਼ਟ ਹੋ ਗਏ। ਕੋਈ ਦੇਖੋ ਰਹਿ ਗਿਆ ਹੈ? ਤੁਸੀਂ ਧਾਰਮਿਕ ਸਥਾਨਾਂ ਤੇ ਚਲੇ ਜਾਓ, ਉੱਥੇ ਵੀ ਤੁਹਾਨੂੰ ਕਰਪਟ ਲੋਕ ਮਿਲਣਗੇ। ਉੱਥੇ ਵੀ ਰਿਸ਼ਵਤ ਚੱਲਦੀ ਹੈ, ਸਿਫਾਰਿਸ਼ ਚੱਲਦੀ ਹੈ। ਸਮਾਜਿਕ ਤਲ ਤੇ ਵੀ ਇਹ ਹੋ ਰਿਹਾ ਹੈ, ਧਾਰਮਿਕ ਤਲ ਤੇ ਵੀ ਹੋ ਰਿਹਾ ਹੈ, ਰਾਜਨੀਤਿਕ ਤਲ ਤੇ ਤਾਂ ਹੋਣਾ ਹੀ ਹੋਣਾ ਹੈ। ਤੋ ਇਹਨਾਂ ਮਨੁੱਖ ਭ੍ਰਸ਼ਟ ਹੋ ਗਿਆ ਕਿਉਂਕਿ ਮਾੜੇ ਕਰਮ ਕਰਨ ਲੱਗ ਪਿਆ ਤੇ ਅੱਜ ਸੰਸਾਰ ਰੋਗਾਂ ਨਾਲ ਭਰ ਗਿਆ ਹੈ। ਇਹਦਾ ਕਾਰਨ ਮਨੁੱਖ ਦੇ ਕਰਮ ਨੇ, ਨਾ ਕਿ ਕੋਈ ਹੋਰ ਦੋਸ਼ੀ ਹੈ। ਕੋਈ ਹੋਰ ਦੋਸ਼ੀ ਨਹੀਂ। ਸਮਾਜ ਸਜਿਆ, ਸੰਸਾਰ ਦੇ ਵਿੱਚ ਰੋਗ ਵਧੇ ਨੇ, ਦੁੱਖ ਵਧੇ ਨੇ, ਕਲੇਸ਼ ਵਧਿਆ ਹੈ। ਉਹਦਾ ਕਾਰਨ ਕੋਈ ਹੋਰ ਨਹੀਂ, ਕੋਈ ਪਸ਼ੂ ਪੰਛੀ ਜਾਨਵਰ ਪਰਿੰਦਾ ਨਹੀਂ ਹੈ, ਮਨੁੱਖ ਹੀ ਹੈ। ਇਹਨੇ ਵਾਤਾਵਰਨ ਨੂੰ ਦੂਸ਼ਿਤ ਕਰ ਦਿੱਤਾ, ਪਾਣੀ ਨੂੰ ਇਹਨੇ ਦੂਸ਼ਿਤ ਕਰ ਦਿੱਤਾ, ਪੈਸੇ ਦੀ ਖਾਤਰ ਧਰਮ ਨੂੰ ਇਹਨੇ ਦੂਸ਼ਿਤ ਕਰਤਾ। ਸਮਾਜ ਕੋਈ ਚੀਜ਼ ਛੱਡੀ ਹੈ? ਕੋਈ ਥਾਂ ਨਹੀਂ ਛੱਡੀ। ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਢਬ, ਥਾ ਨਸ਼ਟ ਜਗ ਭ੍ਰਿਸ਼ਟ ਹੋਏ। ਡੂਬਤਾ ਇਵ ਜਗ, ਜੇ ਸੰਸਾਰ ਡੁੱਬਣ ਵਾਲੇ ਪਾਸੇ ਜਾ ਰਿਹਾ ਹੈ, ਡੁੱਬਦਾ ਜਾ ਰਿਹਾ ਹੈ, ਗਰਕ ਹੁੰਦਾ ਜਾ ਰਿਹਾ ਹੈ। ਮਹਾਰਾਜ ਕਹਿੰਦੇ ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਢਬ, ਥਾ ਨਸ਼ਟ ਜਗ ਭ੍ਰਿਸ਼ਟ ਹੋਏ। ਡੂਬਤਾ ਇਵ ਜਗ, ਕਲ ਮੈਂ ਰਾਮ ਨਾਮ ਸਾਰ, ਅੱਖੀ ਤਾਂ ਮੀਟੈ ਨਾਗ ਪਕੜੈ, ਠੱਗਣ ਕੋ ਸੰਸਾਰ। ਆਟ ਸੇਤੀ ਨਾਗ ਪਕੜੈ, ਸੂਝ ਤੇ ਤਿਨ ਲੋ, ਮਗਰ ਪਾਛੈ ਕਛ ਨਾ ਸੂਝੈ। ਇਹ ਪਦਮ ਅਲੋ, ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਈ। ਸ੍ਰਿਸ਼ਟ ਸਭ ਇਕ ਵਰਨ ਹੋਈ, ਧਰਮ ਕੀ ਗਤ ਰਹੀ। ਅਸ਼ਟ ਸਾਜ ਸਾਜ ਪੁਰਾਣ ਸੋਧੈ, ਕਰੇ ਵੇਦ ਅਭਿਆਸ, ਬਿਨ ਨਾਮ ਹਰ ਕੇ ਮੁਕਤ ਨਾਹੀ, ਕਹਿ ਨਾਨਕ ਦਾਸ। ਐਸਾ ਸੰਸਾਰ ਹੋ ਰਿਹਾ ਹੈ, ਭ੍ਰਸ਼ਟ ਹੋ ਗਿਆ। ਧਾਰਮਿਕ ਸਥਾਨਾਂ ਤੇ ਉਹ ਮਰਿਆਦਾ ਨਹੀਂ ਰਹਿ ਗਈ ਜਿੱਥੋਂ ਮਨੁੱਖ ਨੂੰ ਸੇਧ ਮਿਲਣੀ ਸੀ, ਕਿਉਂਕਿ ਭ੍ਰਸ਼ਟ ਲੋਕਾਂ ਦਾ ਕਬਜ਼ਾ ਹੋ ਗਿਆ ਹੈ। ਤੇ ਜਦੋਂ ਐਸੇ ਲੋਕ ਜਿੱਥੇ ਵੀ ਹੋਣਗੇ, ਰਾਜਨੀਤਿਕ ਵਿੱਚ ਹੋਣਗੇ, ਰਾਜਨੀਤੀ ਵਿੱਚ ਹੋਣ, ਸਮਾਜ ਵਿੱਚ ਹੋਣ, ਸਮਾਜ ਸੇਵੀ ਸੰਸਥਾ ਬਣਦੀਆਂ ਨੇ। ਧਾਰਮਿਕ ਫਿਰ ਕਿਹੜੀ ਜਗ੍ਹਾ ਤੇ ਕਿੱਥੇ ਜਾ ਕੇ ਬੰਦੇ ਦਾ ਬਚਾਅ ਹੋਵੇਗਾ? ਪਾਤਸ਼ਾਹ ਕਹਿੰਦੇ ਭਾਈ ਇਹ ਦੋਸ਼ ਹੁਣ ਰੱਬ ਦੇ ਸਿਰ ਨਾ ਮੜੋ ਜੇ, ਜਾਂ ਕਿਸੇ ਹੋਰ ਚੀਜ਼ ਤੇ, ਕਿਉਂਕਿ ਮਨੁੱਖ ਦੇ ਆਪਣੇ ਕੀਤੇ ਹੋਏ ਕਰਮ ਹੀ ਇਹਨੂੰ ਇਹਦੀ ਬਰਬਾਦੀ ਵੱਲ ਲੈ ਕੇ ਜਾ ਰਹੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਝ ਰਾਗ ਦੇ ਵਿੱਚ ਪਾਵਨ ਬਾਣੀ 12 ਮਾਹ ਦੀ, ਜਿਹੜਾ ਮਾਝ ਰਾਗ ਹੈ ਨਾ, ਇਹ ਸ਼ਾਮ ਦਾ ਰਾਗ ਹੈ, ਦਿਨ ਦਾ ਚੌਥੇ ਪਹਿਰ ਰਾਗ ਦੀ ਗਾਣ ਦਾ ਸਮਾਂ ਇਹਦਾ। ਤੇ ਪਾਤਸ਼ਾਹ ਇਸ ਰਾਗ ਦੇ ਵਿੱਚ ਬਾਣੀ ਉਚਾਰਨ ਕੀਤੀ 12 ਮਾਹ ਦੀ। ਇਹਦੀਆਂ 14 ਪੌੜੀਆਂ ਨੇ। ਇੱਕ ਪਹਿਲੀ ਪੌੜੀ ਮੰਗਲਾ ਚਰਨ ਆਰੰਭ ਦੀ ਹੈ, ਸਮਾਪਤੀ ਦੀ ਇੱਕ ਪੌੜੀ ਮੰਗਲਾ ਚਰਨ ਸਮਾਪਤੀ ਦਾ, ਤੇ ਵਿੱਚ 12 ਮਹੀਨਿਆਂ ਦਾ ਉਪਦੇਸ਼। 14 ਪੌੜੀਆਂ ਨੇ ਇਸ ਬਾਣੀ ਦੀਆਂ। ਤੇ ਪਹਿਲੀ ਪੌੜੀ ਦੇ ਵਿੱਚ ਹੀ ਮਹਾਰਾਜ ਨੇ ਕਹਿ ਦਿੱਤਾ, ਕਤਕ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਜਦੋਂ ਕਿਸੇ ਨੂੰ ਸਮਝ ਆ ਗਈ ਸਾਡੇ ਜੀਵਨ ਵਿੱਚ ਦੁੱਖ ਰੋਗ ਕਲੇਸ਼ ਕਿਉਂ ਨੇ, ਕਿਉਂਕਿ ਅਸੀਂ ਰੱਬ ਤੋਂ ਵਿਛੜ ਗਏ। ਉਹ ਸਾਡੇ ਕੀਤੇ ਹੋਏ ਕਰਮ ਹੀ ਸਾਨੂੰ ਦੁੱਖਾਂ ਵਿੱਚ ਲੈ ਜਾਂਦੇ ਨੇ। ਇਹਨਾਂ ਦੁੱਖਾਂ ਤੋਂ ਕਿਵੇਂ ਮਨੁੱਖ ਛੁਟਕਾਰਾ ਪਾ ਸਕਦਾ ਹੈ? ਰੱਬ ਨਾਲ ਮਿਲ ਕੇ, ਕਿਉਂਕਿ ਜਿੱਥੋਂ ਵਿਛੜੇ ਸੀ ਉੱਥੇ ਹੀ ਮਿਲਾਪ ਹੋਵੇਗਾ, ਉੱਥੇ ਜਾ ਕੇ ਸੁੱਖ ਮਿਲੇਗਾ ਜਿੱਥੋਂ ਤੁਰੇ ਸੀ। ਰੱਬ ਤੋਂ ਵਿਛੜੇ ਸੀ, ਵਿਛੜਨ ਦਾ ਕਾਰਨ ਸਾਡੇ ਕਰਮ ਸੀ।
किरत कर्म के विछड़े कर कृपा मेलो राम, चार कुंट दै दिस भ्रमे थक आए प्रभ की शाम। सो गुरु को सारी खेड़ पातशाह कहते तेरे कर्मां दी वरत रही है। गुरु की मत लैके अपने कर्म शुभ कर लै, जीवन आनंद नाल भर जावेगा। अखीरली पौड़ी दे विच महाराज सच्चे पातशाह जी कहते हैं भाई, जिन्हां ने वाहिगुरु का नाम जपिया, सिमरन कीता, बंदगी कीती है, जिन जिन नाम ध्याया तिनके काज सरे, हर गुर पूरा राधया दरगह सच खरे। माड़े कर्मां करके विछड़ गए सी, जदों गुरु की मत लैके नाम जपिया 12 महीनियां दे विच, तां फिर सारे ही कारज रास हो गए। दुखां तो, रोगां तो, कलेशां तो खैड़ा छुट गया। आओ सतगुरु जी के अमृत बचनां नूं भै भावनी विच विचार सकीए। सच्चे पातशाह जी अरदास बेनती किरपा है तुहाडी बाणी दा महान महात्म साडे मनां विच वस जावे, ते तां जो असीं यथारथ लाहा प्राप्त कर सकीए। आओ हाजरी लवाओ प्यार नाल आखो सतनाम श्री वाहिगुरु साहिब जी। कतक कर्म कमावणे दोष न काहू जोग। कतक दे महीने द्वारा पातशाह फरमान कर रहे, जिवें आरंभ च बेनती कीती है, इस महीने नूं माड़ा मन्निया शास्त्र विच। पातशाह कहंदे कतक दा महीना माड़ा नहीं, माड़े तेरे कर्म ने। तू कतक दे महीने नूं क्यों माड़ा कहंदा है? कतक दा महीना माड़ा नहीं है, माड़े तेरे कर्म ने। किसी होर नूं दोष ना दे। मनुख जदों अपने जीवन विच कोई दुखांत आउंदा है ते अपना सुभाव है आपां ओहदा दोष दूजे दे सिर मढ़दे हां। पातशाह कहते नहीं भाई, ये दोष किसी होर दे सिर ना मढ़, क्योंकि जो तू कर्म कीता है ओहदा फल तेनू प्राप्त होया है। कर्मां दी गति बड़ी बलवान है। भगत तरलोचन जी का एक शब्द है धनासरी राग दे विच, उत्थे उन्होंने वड्डियां वड्डियां हस्तियां का जिक्र किया है। नारायण निंदस काए भूली गवारी, दुकिरत सुकिरत थारो करमरी। रहाओ शंकरा मस्तक बस्ता, सुरसरी इशनान रे। कुल जन मदे मिलियो सारग पान रे, कर्म कार कलंकम बिरसरी। सब तो पहला उत्ते भगत लोचन जी ने चंद्रमा का जिक्र किया है। पुरातन ग्रंथां विच मिथास है, ये आउंदा है कि गौतम ऋषि की इस्त्री नूं छल नाल इंद्र ने छलना कीता, ओहदे माड़े कर्म दे विच चंद्रमा भागीदार होया। गौतम तपा अहिल्या स्त्री, तिस देख इंद्र लोभाया। सहस शरीर केहन पग हुए, तां मन पछोताया। तां ओ महात्मा ने कहंदे हन इहदे अपना परना गिला मारिया सी, इहदे मस्तक ते दाग लग गया चंद्रमा दे, अज तक वो दाग उतरिया नहीं है। इसलिए उस दाग नूं मिटाण वास्ते शिव जी भोले की आराधना की। कर्म ऐसा माड़े कर्म विच किसी का साथ दे बैठा है। कर्म तो है वो फल भोगे बिना भागे नहीं। कर्म गति बलवान, इन्हें अपना दाग मिटाण वास्ते चंद्रमा ने शिव जी भोले की आराधना की। वो कहते बई दाग तो तेरा है, मैं तेनू अपने मस्तक ते दाग दे समेत नहीं रख सकता।
ਇਸ ਕਰਕੇ ਤੁਸੀਂ ਦੇਖਣਾ ਕਦੇ ਵੀ ਸ਼ਿਵ ਜੀ ਭੋਲੇਨਾਥ ਦੇ ਸੀਸ ਦੇ ਉੱਪਰ ਚੰਦਰਮਾ ਦਿਖਾਈ ਉਹਦੀ ਫੋਟੋ ਤੇ ਦਿੰਦਾ ਹੈ, ਪਰ ਅੱਧ ਚੰਦਰਮਾ ਹੈ, ਪੂਰਾ ਨਹੀਂ ਹੈ। ਦਾਗ ਵਾਲਾ ਉਹਨਾਂ ਨੇ ਵੀ ਪ੍ਰਵਾਨ ਨਹੀਂ ਕੀਤਾ। ਸੰਕਰਾ ਮਸਤਕ ਬਸਤਾ ਸੁਰਸਰੀ ਇਸ਼ਨਾਵੇ, ਜਟਾਵਾਂ ਵਿੱਚੋਂ ਗੰਗਾ ਨਿਕਲ ਰਹੀ ਹੈ, ਉਹਦੇ ਵਿੱਚ ਇਸ਼ਨਾਨ ਕਰ ਰਿਹਾ ਚੰਦਰਮਾ ਰੋਜ਼। ਗੰਗਾ ਦਾ ਇਸ਼ਨਾਨ ਬੜਾ ਵੱਡਾ ਮਹਾਤਮ ਪੁਰਾਤਨ ਗ੍ਰੰਥਾਂ ਵਿੱਚ ਦੱਸਿਆ ਗਿਆ। ਗੰਗਾ ਦਾ ਇਸ਼ਨਾਨ ਤੇ ਸ਼ਿਵ ਜੀ ਭੋਲੇਨਾਥ ਦਾ ਮਸਤਕ ਵੀ ਚੰਦਰਮਾ ਦੇ ਕਲੰਕ ਨੂੰ ਮਿਟਾ ਨਹੀਂ ਸਕਿਆ। ਸੰਕਰਾ ਮਸਤਕ ਬਸਤਾ ਸੁਰਸਰੀ ਇਸ਼ਨਾਨ ਰੇ, ਕੁਲ ਜਨ ਮਧੇ ਮਿਲਿਓ ਸਾਰੰਗ ਪਾਨ ਰੇ, ਕਰਮ ਕਰ ਕਲੰਕਮ ਵਿਟਸਰੀ। ਕਰਮ ਕਰਕੇ ਕਹਿੰਦੇ ਜਿਹੜਾ ਕਲੰਕ ਲੱਗਿਆ ਸੀ ਮਿਟਿਆ ਨਹੀਂ ਹੈ। ਫਿਰ ਅੱਗੇ ਭਗਤ ਲੋਚਨ ਜੀ ਬਚਨ ਕਰਦੇ ਨੇ, ਵਿਸ਼ਵ ਕਾ ਸੁਆਮੀ ਦੀਪਕ ਤਾਚੇ ਰੇ ਸਵਾਰਥੀ ਗਰੜ ਰਾਏ, ਪਿੰਗਲਾ ਕਰ ਅਰਣ ਪਿੰਗਲਾਰੀ। ਕਹਿੰਦੇ ਵਿਸ਼ਵ ਦਾ ਜਿਹੜਾ ਸੁਆਮੀ ਸੂਰਜ ਸਾਰੇ ਸੰਸਾਰ ਨੂੰ ਰੋਸ਼ਨੀ ਦੇ ਰਿਹਾ ਹੈ। ਵਿਸ਼ਵ ਕਾ ਸੁਆਮੀ ਦੀਪਕ ਤਾਂ ਤੇਰੇ ਸਵਾਰਥੀ ਪੰਖੀ ਰਾਏ ਗਰੜ ਬਾਧਵਾ। ਉਸ ਦਾ ਰਖਵਾਈ ਜਿਹੜਾ ਗਰੜ ਹੈ, ਗਰੜ ਅਰੁਣ ਦਾ ਭਰਾ ਹੈ, ਪਰ ਜਿਹੜਾ ਅਰੁਣ ਨੇ ਕਰਮ ਕਰਕੇ ਪਿੰਗਲਾ ਹੋ ਗਿਆ ਸੀ, ਉਹ ਭਾਵੇਂ ਗਰੜ ਨੇ ਉਹਦੀ ਸੂਰਜ ਦੇ ਕੋਲ ਬੇਨਤੀ ਵੀ ਕੀਤੀ ਵੀ ਇਹਦਾ ਪਿੰਗਲਾਪਣ ਦੂਰ ਹੋਵੇ, ਪਰ ਉਹ ਦੂਰ ਨਹੀਂ ਹੋ ਸਕਿਆ। ਇੰਨੀ ਵੱਡੀ ਸਮਰੱਥਾ ਦਾ ਮਾਲਕ ਗਰੜ ਰਾਏ, ਜਿਹੜਾ ਪੰਛੀਆਂ ਦਾ ਸਾਰਿਆਂ ਦਾ ਰਾਜਾ ਮੰਨਿਆ ਗਿਆ ਹੈ, ਉਹ ਵੀ ਆਪਣੇ ਭਰਾ ਦਾ ਪਿੰਗਲਾਪਣ ਦੂਰ ਨਹੀਂ ਕਰ ਸਕਿਆ। ਤੇ ਇਸੇ ਤਰ੍ਹਾਂ ਭਗਤ ਲੋਚਨ ਜੀ ਅੱਗੇ ਹੋਰ ਪ੍ਰਮਾਣ ਦਿੰਦੇ ਨੇ, ਕਹਿੰਦੇ ਅੰਮ੍ਰਿਤ ਸੱਸੀ ਧੇਨ ਲక్ష్ਮੀ ਕਲਪ ਤਾਰ ਸਿਖਰ ਸੁਨਾਗਰ ਨਦੀ ਚੇ ਨਾਥੰ ਕਰਮ ਕਰ ਖਾਰਮ ਪਿਟਸਰੀ। ਸਮੁੰਦਰ ਵਿੱਚੋਂ 14 ਰਤਨ ਨਿਕਲੇ, ਅੰਮ੍ਰਿਤ ਨਿਕਲਿਆ, ਚੰਦਰਮਾ ਹੋਰ ਸਾਰੇ ਰਤਨ ਨਿਕਲੇ, ਪਰ ਉਹ ਮਹਾਤਮਾ ਦੀ ਬੇਅਦਬੀ ਉਹਨੇ ਕੀਤੀ, ਉਹਦਾ ਖਾਰਾਪਣ ਮਿਟਿਆ ਨਹੀਂ, ਸ਼ਰਾਪ ਹੋ ਗਿਆ ਉਹਨੂੰ। ਅੱਜ ਤੱਕ ਸਮੁੰਦਰ ਖਾਰਾ ਹੈ, ਖਾਰਾਪਣ ਦਾ ਕਲੰਕ ਮਿਟਾ ਨਹੀਂ ਸਕਿਆ ਆਪਣੇ ਤੋਂ। ਜਿਹਦੇ ਵਿੱਚੋਂ ਰਤਨ ਪੈਦਾ ਹੋਣ, ਏਡੀ ਵੱਡੀ ਹਸਤੀ ਸਮੁੰਦਰ, ਉਹ ਵੀ ਆਪਣਾ ਖਾਰਾਪਣ ਮਿਟਾ ਨਹੀਂ ਸਕਿਆ। ਤੇ ਇਸੇ ਤਰ੍ਹਾਂ ਭਗਤ ਲੋਚਨ ਜੀ ਅੱਗੇ ਬਚਨ ਕਰਦੇ ਨੇ, ਕਹਿੰਦੇ ਜਿਹੜੇ ਹਨੂਮਾਨ ਜੀ ਹੋਏ ਹਨ, ਦਾਦੀ ਲੈ ਲੰਕਾ ਗੜ ਉਪਾੜੀ ਲੈ ਰਾਵਣ ਬਲ, ਸਲ ਵਿਸਾਨ ਆਣ ਤੋਖੀ ਲੈ ਹਰੀ, ਕਰਮ ਕਾਰ ਕਛੋਟੀ ਮਪਿਟਸਰੀ। ਜਿਸ ਹਨੂਮਾਨ ਦੇ ਵਿੱਚ ਇੰਨੀ ਵੱਡੀ ਸ਼ਕਤੀ, ਕਹਿੰਦੇ ਵੀ ਉਹ ਸਮੁੰਦਰ ਨੂੰ ਪਾਰ ਕਰ ਗਿਆ, ਜਾ ਕੇ ਰਾਵਣ ਦੇ ਲੰਕਾ ਗੜ ਨੂੰ ਸਾੜਨਾ ਕੀਤਾ। ਦਾਦੀ ਲੈ ਲੰਕਾ ਗੜ, ਦਾਦੀ ਦਾ ਅਰਥ ਅੱਗ ਲਾ ਦੇਣੀ। ਦਾਦੀ ਲੈ ਲੰਕਾ ਗੜ ਉਪਾੜੀ ਲੈ ਰਾਵਣ ਬਨ, ਜਿਹੜਾ ਅਸ਼ੋਕ ਬਾਟਕਾ ਸੀ, ਬਨ ਜੰਗੋ ਬਾਗ, ਹਨੂਮਾਨ ਨੇ ਉਹ ਬਾਗ ਵੀ ਸਾਰਾ ਉਜਾੜ ਦਿੱਤਾ। ਦਾਦੀ ਲੈ ਲੰਕਾ ਗੜ ਉਪਾੜੀ ਲੈ ਰਾਵਣ ਬਨ, ਸਲ ਵਿਸਾਲ ਆਣ ਤੋਖੀ ਲੈ ਹਰੀ। ਤੇ ਜਦੋਂ ਲਛਮਣ ਮੁਰਸ਼ਦ ਹੋ ਗਿਆ, ਉਹਨੂੰ ਸਰਜੀਤ ਕਰਨ ਵਾਸਤੇ ਸੰਜੀਵਨੀ ਬੂਟੀ ਲੈ ਕੇ ਆਇਆ, ਤੇ ਸ੍ਰੀ ਰਾਮ ਚੰਦਰ ਜੀ ਦਾ ਜਿਹੜਾ ਛਲ ਸੀ, ਦੁੱਖ ਸੀ, ਉਹਨੂੰ ਦੂਰ ਕੀਤਾ। ਵਿਸਲਦਾਰ ਤੇ ਦੂਰ ਕਰਨਾ ਪੀੜਾ ਨੂੰ। ਤੇ ਉਸ ਸਮੇਂ ਭਗਵਾਨ ਰਾਮ ਚੰਦਰ ਜੀ ਇਸ਼ਨਾਨ ਕਰਕੇ ਆਪਣਾ ਕਛਹਿਰਾ ਨਿਚੋੜਦੇ ਸੀ, ਤੇ ਬਚਨ ਹੋਇਆ ਸੀ ਤੇਰੇ ਤੇ ਬਖਸ਼ਿਸ਼ ਕਰਾਂਗੇ ਜੇ ਤੂੰ ਇਹ ਕੰਮ ਕਰ ਦੇਵੇਂ, ਜਾ ਕੇ ਸੰਜੀਵਨੀ ਬੂਟੀ ਲੈਵੇਂ, ਮੇਰੇ ਕੋਲ ਜੋ ਹੋਵੇਗਾ ਤੈਨੂੰ ਦੇਵਾਂਗਾ। ਉਸ ਸਮੇਂ ਹੱਥਾਂ ਵਿੱਚ ਕੇਵਲ ਕਛਹਿਰਾ ਸੀ, ਤੇ ਉਹ ਕਛਹਿਰਾ ਹੀ ਹਨੂਮਾਨ ਨੂੰ ਦਿੱਤਾ। ਕਹਿੰਦੇ ਭਾਈ ਤੇਰੇ ਕਰਮਾਂ ਵਿੱਚ ਇਹੀ ਸੀ, ਹੁਣ ਐਸੇ ਟਾਈਮ ਤੂੰ ਆਇਆ, ਮੇਰੇ ਕੋਲ ਹੁਣ ਇਕੱਲਾ ਕਛਹਿਰਾ ਹੀ ਹੈ, ਉਹ ਕਛਹਿਰਾ ਹੀ ਦਿੱਤਾ। ਅਸਲ ਵਿੱਚ ਹਨੂਮਾਨ ਦਾ ਇਹ ਕਰਮ ਸੀ। ਪਿਛਲੇ ਜਨਮ ਦੇ ਵਿੱਚ ਮਹਾਤਮਾ ਜਨ ਕੋਈ ਸਾਧੂ ਇਸ਼ਨਾਨ ਕਰ ਰਿਹਾ ਸੀ, ਇਹ ਕੱਪੜੇ ਚੁੱਕ ਕੇ ਭੱਜ ਗਿਆ,
शरारती सुभाਅ सी, नटखट सुभाअ सी, तो महात्मा ने बड़ा रोला पाया कि भलिया मेरे कपड़े छड़ जा, तेनू मेरे कपड़ियां विचों की मिलना है। पर नहीं दिते, एक कछहरा ही दिता। उस महात्मा ने श्राप दे दिता, जा तेरे तन ते भी केवल कछहरा ही रहेगा, दूजा कपड़ा पाया करेगा, अग नूं शरीर नूं अग लग जा करेगी, भाव शरीर विचों सेक पैदा होने लग जा करेगा, कपड़ियां दा सुख नहीं मिलेगा तेनू। वो कर्म इस करके हनुमान अगले जन्म दे विच केवल तेड़ कछहरा ही पांदे रहे ने, लंगोट ही बन्नदे रहे ने, होर तन ते कोई कपड़ा धारण नहीं कर सके। जे धारण करदे सी शरीर नूं इदां सी जिवें अग लग जाती है। कर्म ऐसा है, ऐसा प्रबल कर्म है, दादी ले लंका गढ़, उपाड़ी ले रावण बल, सल विसल आन तोखी ले हरी, कर्म कार कछोटी बिड़सरी, पूर्व लो कृत ना मिटैरी घर गेहन, ताचे मोए जापी ले राम जी। बतन तलोचन राम भगत लोचन जी कहते पूर्वले कर्म नहीं मिटते, इस करके मैं बंदगी कर रहा, रब का नाम जप रहा, क्योंकि परमेश्वर का नाम ही केवल इस चीज को मिटा सकता है, होर कोई तरीका नहीं है। जिन्हों ने होर तरीके वरते वो कर्मां की गति तो बाहर नहीं निकल सके। केवल वाहिगुरु की बंदगी है जो जीव नूं कर्मां दे गेड़ विचों बाहर कढ़दी है। संस्कृति अंदर पंचम पातशाह जी फरमान करते ने के जीव घोर दुखियंग अनक हत्यंग जन्म दरिद्रंग मां बिख्यादंग मिटंत सगल सिमरंत हर नाम नानक जैसे पावक आशक भस्मं करोत। जीवन विच घोर दुख होण, बड़े दलिद्र होण, बड़े जीव ने माड़े कर्म कीते होण, वो किसी देवी देवते की शरण लैके नहीं मिटणगे। हाँ, वाहिगुरु का नाम इन्हां नूं मिटा सकता है। जेकर कोई जीव वाहिगुरु का नाम जपण लग जावे तां वाहिगुरु का नाम माड़े कर्मां दी रेखा नूं खत्म कर दिंदा है। जिवें करोड़ां मन लकड़ां इकट्ठियां कीतियां होण, उन्हां नूं केवल अग नाल साड़ के खत्म किया जा सकता, होर कोई तरीका नहीं है। केवल इको तरीका है, जो लकड़ां नूं साड़ के धरती नूं विहला करना है ना, तां अग ला दिओ। पातशाह कहंदे घोर दुखयंग अनक हत्यंग जन्म दरिद्रंग मां बिख्यादंग मिटंत सगल सिमरंत हर नाम नानक जैसे पावक काष्ट भस्मं करोत। जिवें काष्ट लकड़ जिहड़ी है उहनूं पावक कहंदे ने अग नूं, जिवें अग लकड़ां नूं साड़ के सुआह कर दिंदी है, इस तरह गुरमुखो जो वाहिगुरु का नाम है वह जीव के कीते हुए कर्मां नूं साड़ के सुआह कर दिंदा है। वाहिगुरु की बंदगी तो पातशाह फरमान करते ने कर्म बड़े बलवान हुंदे ने, ये एवें नहीं मिट जाते। बड़े बड़ियां का प्रमाण दे दिता भगत लोचन जी ने श्री गुरु ग्रंथ साहिब महाराज जी के अंदर कि इन्नी पावर के मालक माड़ा कर्म नहीं मिटा सके, अपना जतन बड़े उन्होंने कीते, वाहिगुरु की बंदगी तो बिना होर बड़े कर्म कीते। अज भी जे कोई जीव चाहता है कि मैं वाहिगुरु अपने जीवन में सुख प्राप्त करा, तो इको तरीका है वाहिगुरु की बंदगी, होर किसी कर्म नाल ये माड़े कर्म नहीं मिटणगे। तो पातशाह जी फरमान करते ने कतक कर्म कमावणे दोष न काहू जोग, किसे होर नूं दोष ना दे, तेरे माड़े कीते हुए कर्म ही ये दुख का रूप हैं। भाई साहब भाई वीर सिंह जी लिखते ने कहते परमात्मा ने वाहिगुरु ने सानू किन्ना सोहना जीवन दिता है, फुल फल बनास्पति बड़ा कुछ दिता है, पर असी इहदे तो दुख पैदा आप कीते ने। वाहिगुरु परमात्मा ने तो जीवन सोहना बना के दिता सी, सोहने पदार्थ दिते सी,
ਪਰ ਅਸੀਂ ਆਪਣੇ ਜੀਵਨ ਵਿੱਚ ਜਿਹੜੇ ਇਹ ਦੁੱਖ ਰੋਗ ਪੈਦਾ ਆਪ ਕੀਤੇ ਨੇ। ਭਾਈ ਵੀਰ ਸਿੰਘ ਜੀ ਲਿਖਦੇ ਨੇ, ਦਾਖਾਂ ਅਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ। ਵੇਖੋ ਕਿੰਨੀਆਂ ਸੋਹਣੀਆਂ ਦਾਖਾਂ, ਅੰਗੂਰ, ਫਲ ਸੋਹਣੇ ਤੋਂ ਸੋਹਣੇ ਬਣਾਏ ਨੇ, ਮਨੁੱਖ ਦੇ ਖਾਣ ਵਾਸਤੇ ਬਣਾਏ ਨੇ। ਮਿੱਠੇ ਅਤੇ ਸਵਾਦੀ ਰਸ ਭਰ ਭਰ ਵੇਲਾਂ ਗਲ ਲਟਕਾਏ। ਕਿੰਨੇ ਸੋਹਣੇ ਫਲ ਫੁੱਲ ਵੇਲਾਂ ਨਾਲ ਲਟਕਦੇ ਹੋਏ ਸੋਹਣੇ ਲੱਗਦੇ ਨੇ। ਕਿੰਨਾ ਸਵਾਦ, ਕਿੰਨਾ ਰਸ ਉਹਨਾਂ ਵਿੱਚ ਭਰਿਆ ਹੈ। ਤੇ ਭਾਈ ਵੀਰ ਸਿੰਘ ਜੀ ਲਿਖਦੇ ਨੇ, ਐ ਬੰਦਿਆ ਤੂੰ ਉਹ ਤੋੜ ਕੇ ਮੱਟ ਦੇ ਵਿੱਚ ਪਾਏ। ਕਹਿੰਦੇ ਤੂੰ ਉਹ ਅੰਗੂਰ, ਦਾਖਾਂ ਜਾਂ ਕਈ ਹੋਰ ਫਲ ਵੀ ਤੋੜ ਕੇ ਮੱਟ ਵਿੱਚ ਪਾ ਦਿੱਤੇ। ਤੇ ਮੱਟ ਵਿੱਚ ਪਾ ਕੇ ਕੀ ਕੀਤਾ, ਰੱਖ ਰੱਖ ਕੇ ਤਰਕਾਏ। ਉਹਨੂੰ ਤਰਕਾਇਆ, ਕਈ ਦਿਨ ਰੱਖਿਆ, ਵਿੱਚ ਗੁੜ ਪਾਤਾ, ਉਹਦੇ ਤੋਂ ਬਣਾ ਲਈ ਸ਼ਰਾਬ। ਅੰਗੂਰ ਪਾ ਕੇ, ਦਾਖਾਂ ਪਾ ਕੇ, ਹੋਰ ਪਾ ਕੇ ਚੀਜ਼ਾਂ। ਦੁੱਖ ਦੇਵੇ ਦਾਰੂ ਉਸ ਵਿੱਚੋਂ ਤੂੰ ਉਹ ਆਪ ਚੁਆਏ। ਉਹ ਜਿਹੜੀ ਦੁੱਖ ਦੇਣੀ ਸ਼ਰਾਬ ਹੈ ਉਹ ਤੂੰ ਬਣਾਈ, ਰੱਬ ਨੇ ਨਹੀਂ ਬਣਾਈ। ਰੱਬ ਨੇ ਤਾਂ ਸੋਹਣੇ ਫਲ ਬਣਾਏ ਸੀ, ਅੰਗੂਰ ਬਣਾਏ, ਦਾਖਾਂ ਬਣਾਈਆਂ। ਤੂੰ ਉਹਨਾਂ ਨੂੰ ਤਰਕਾ ਕੇ ਉਹਨਾਂ ਵਿੱਚੋਂ ਸ਼ਰਾਬ ਕੱਢ ਲਈ। ਤੇ ਸ਼ਰਾਬ ਪੀ ਕੇ ਕਹਿੰਦੇ ਵੀ ਦੋਸ਼ ਅੰਗੂਰਾਂ ਦਾ ਹੈ, ਸੇਬਾਂ ਦਾ, ਇਹਨਾਂ ਦਾ ਦੋਸ਼ ਹੈ, ਦਾਖਾਂ ਦਾ ਦੋਸ਼ ਹੈ। ਦਾਖਾਂ ਦਾ ਕਿਵੇਂ ਦੋਸ਼ ਹੋ ਗਿਆ? ਕਰਮ ਤੂੰ ਕੀਤਾ ਹੈ। ਇਸੇ ਤਰ੍ਹਾਂ ਪਰਮਾਤਮਾ ਨੇ ਆਪਾਂ ਨੂੰ ਹੱਥ ਪੈਰ ਅੱਖਾਂ ਦਿੱਤੀਆਂ, ਮਾੜੇ ਕਰਮ ਆਪਾਂ ਕਰੀ ਇਹਨਾਂ ਨਾਲ ਤੇ ਦੋਸ਼ ਰੱਬ ਨੂੰ ਦਈਏ। ਦੱਸੋ ਫਿਰ ਕਿਵੇਂ ਸਾਡਾ ਭਲਾ ਹੋਵੇਗਾ? ਪਰਮਾਤਮਾ ਨੇ ਜੋ ਕੁਝ ਬਣਾਇਆ ਵਧੀਆ ਬਣਾਇਆ ਹੈ, ਪਰ ਮਨੁੱਖ ਉਹਨੂੰ ਤਰਕਾ ਦਿੰਦਾ ਹੈ। ਪਾਣੀ ਨੂੰ ਇਹਨੇ ਗੰਦਾ ਕਰਤਾ, ਤਰਕਾ ਦਿੱਤਾ। ਹਵਾ ਨੂੰ ਇਹਨੇ ਗੰਦਾ ਕਰ ਦਿੱਤਾ। ਮਹਾਰਾਜ ਕਹਿੰਦੇ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਕਿਸੇ ਹੋਰ ਨੂੰ ਦੋਸ਼ ਨਾ ਦੇ। ਕੱਤਕ ਦੇ ਮਹੀਨੇ ਦੁਆਰਾ ਪਾਤਸ਼ਾਹ ਕਹਿੰਦੇ, ਤੇਰੇ ਕੀਤੇ ਹੋਏ ਕਰਮ ਹਨ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਪਰਮੇਸ਼ਵਰ ਨੂੰ ਭੁੱਲ ਗਿਆ, ਜਿਸ ਨੇ ਕੁਦਰਤ ਬਣਾਈ ਸੀ, ਉਹਦੇ ਕੁਦਰਤ ਦੇ ਨਿਯਮਾਂ ਨੂੰ ਭੁੱਲ ਗਿਆ। ਰੱਬ ਨੂੰ ਭੁੱਲਣਾ ਕੀ ਹੈ? ਉਹਦੀ ਬਣਾਈ ਹੋਈ ਕੁਦਰਤ ਤੋਂ ਉਲਟ ਚੱਲਣ ਲੱਗ ਪੈਣਾ, ਤਾਂ ਫਿਰ ਰੋਗ ਲੱਗ ਜਾਂਦੇ ਨੇ, ਕਲੇਸ਼ ਪੈਦਾ ਹੋ ਜਾਂਦੇ ਨੇ। ਅੱਜ ਰੋਗ ਕਿੰਨੇ ਨੇ ਮਨੁੱਖ ਦੇ ਅੰਦਰ, ਕਿੰਨੀ ਤਰ੍ਹਾਂ ਦੀਆਂ ਬਿਮਾਰੀਆਂ। ਅੱਜ ਤੋਂ 100 ਸਾਲ ਪਿੱਛੇ ਚਲੇ ਜਾਓ, ਇਹ ਜਿਹੜੀਆਂ ਬਿਮਾਰੀਆਂ ਹੁਣ ਨੇ, ਆਪਣੇ ਬਜ਼ੁਰਗਾਂ ਨੂੰ ਪਤਾ ਹੀ ਨਹੀਂ ਸੀ ਵੀ ਇੱਦਾਂ ਦੀਆਂ ਵੀ ਬਿਮਾਰੀਆਂ ਹੋਣਗੀਆਂ। ਕਿੰਨੇ ਤਰ੍ਹਾਂ ਦੇ ਰੋਗ ਪੈਦਾ ਹੋ ਗਏ। ਗੁਰਮੁਖੋ ਪਾਤਸ਼ਾਹ ਕਹਿੰਦੇ, ਰੱਬ ਨੂੰ ਭੁੱਲ ਗਿਆ, ਪਰਮਾਤਮਾ ਦੇ ਨਾਮ ਨੂੰ ਭੁਲਾ ਦਿੱਤਾ, ਉਹਦੀ ਮਰਿਆਦਾ ਨੂੰ ਭੁਲਾ ਦਿੱਤਾ। ਜਪਜੀ ਸਾਹਿਬ ਦੇ ਵਿੱਚ ਸਤਿਗੁਰੂ ਜੀ ਦੀ ਇੱਕ ਪੌੜੀ ਆਉਂਦੀ ਹੈ ਧਰਮ ਖੰਡ ਦੀ। 5 ਖੰਡ ਨੇ ਨਾ, ਪਹਿਲਾ ਹੈ ਧਰਮ ਖੰਡ। ਮਹਾਰਾਜ ਕਹਿੰਦੇ, ਧਰਮ ਸਿੱਖ ਧਰਤੀ ਕੋਲੋਂ। ਇਹ ਸਾਰਾ ਧਰਮ ਪਰਮਾਤਮਾ ਦੇ ਬ੍ਰਹਿਮੰਡ ਵਿੱਚ ਚੱਲ ਰਿਹਾ, ਤੂੰ ਵੀ ਉਸ ਨੂੰ ਸਿੱਖ ਲੈ ਤੇ ਜੀਵਨ ਸੁਖੀ ਬਣ ਜਾਵੇਗਾ। ਰਾਤੀ ਰੁੱਤੀ ਤਿੱਤੀ ਵਾਰ, ਤਿਸ ਵੀ ਧਰਤੀ ਥਾਵ ਰੱਖੀ ਧਰਮਸਾਲ। ਤਿਸ ਵੀ ਜੀ ਜੋਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਸਾਰਾ ਕੁਝ ਰੁੱਤਾਂ ਦੇ ਮੁਤਾਬਕ, ਤਿੱਤਾਂ ਦੇ, ਦੇਖੋ ਸਾਰਾ ਇਹ ਧਰਤੀ ਦਾ ਇੱਕ ਨਿਯਮ ਚੱਲ ਰਿਹਾ ਹੈ ਨਾ। ਹੁਣ ਸਰਦੀ ਦਾ ਮੌਸਮ ਆ ਰਿਹਾ ਹੈ, ਫਿਰ ਗਰਮੀ ਦਾ ਆਉਂਦਾ ਹੈ, ਬਰਸਾਤੀ ਮੌਸਮ ਆਉਂਦਾ ਹੈ, ਬਸੰਤ ਰੁੱਤ ਆਉਂਦੀ ਹੈ। ਇੱਕ ਨਿਯਮ ਹੈ ਹਰ ਇੱਕ ਚੀਜ਼ ਦਾ। ਮਹਾਰਾਜ ਕਹਿੰਦੇ, ਧਰਮ ਸਿੱਖਣਾ ਤਾਂ ਏਦਾਂ ਸਿੱਖ। ਇਹ ਸਾਰੀਆਂ ਚੀਜ਼ਾਂ ਸਾਨੂੰ ਧਰਮ ਸਿਖਾ ਰਹੀਆਂ ਨੇ ਕਿ ਪਰਮਾਤਮਾ ਦੇ ਬਣਾਏ ਹੋਏ ਨਿਯਮ ਦੇ ਵਿੱਚ ਚੱਲੇਗਾ ਤੇ ਸੁਖ ਪਾਵੇਂਗਾ, ਤੇ ਜੇ ਨਾ ਚੱਲੇਗਾ, ਨਿਯਮ ਤੋੜੇਗਾ, ਮਾੜੇ ਕਰਮ ਕਰੇਗਾ,
ਫਿਰ ਦੋਸ਼ ਕਿਸੇ ਹੋਰ ਨੂੰ ਨਾ ਦੇਈਏ, ਕਿਉਂਕਿ ਪਰਮਾਤਮਾ ਨੂੰ ਭੁੱਲ ਕੇ ਮਾੜੇ ਕਰਮ ਕਰਨ ਲੱਗ ਪਿਆ ਤਾਂ ਫਿਰ ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਸਰੀਰ ਵਿੱਚ ਰੋਗ ਪੈਦਾ ਹੋ ਗਏ, ਕਿਉਂਕਿ ਮਰਿਆਦਾ ਤੋਂ ਬਾਹਰ ਹੋ ਕੇ ਚੱਲਣ ਲੱਗ ਪਿਆ, ਆਪਣੇ ਆਪ ਨੂੰ ਸਿਆਣਾ ਸਮਝਣ ਲੱਗ ਪਿਆ। ਤਾਂ ਪਰਮਾਤਮਾ ਦੀ ਬਣਾਈ ਹੋਈ ਮਰਿਆਦਾ ਨੂੰ ਤੋੜਿਆ ਇਹਨੇ, ਭੁਲਾ ਦਿੱਤਾ ਪਰਮਾਤਮਾ ਕੀ ਹੁੰਦਾ, ਰੱਬ ਕੀ ਹੁੰਦਾ ਹੈ। ਅੱਜ ਕਿੰਨੇ ਤਰ੍ਹਾਂ ਦੇ ਰੋਗ ਵਿਆਪਤ ਹੋ ਗਏ ਨੇ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਮਹਾਰਾਜ ਕਹਿੰਦੇ ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜਦੋਂ ਪਰਮਾਤਮਾ ਤੋਂ ਬੇਮੁਖ ਹੋ ਗਿਆ ਫਿਰ ਜਨਮਾਂ ਜਨਮਾਂ ਦਾ ਵਿਛੋੜਾ ਪੈ ਜਾਂਦਾ ਹੈ। ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਲੰਮੀ ਸਜ਼ਾ ਮਿਲ ਗਈ। ਕਦੇ ਕਿਸੇ ਜੂਨੀ ਦੇ ਵਿੱਚ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਵਰੀਆ, ਚਰੰਕਾਲ ਇਹ ਦੇਸ ਜਰੀਆ। ਫਿਰ ਕਦੇ ਕਿਸੇ ਜਨਮ ਦੇ ਵਿੱਚ ਕਦੇ ਕਿਸੇ ਜੂਨੀ ਦੇ ਵਿੱਚ ਭਟਕਣ ਲੱਗ ਪਿਆ। ਵਾਹਿਗੁਰੂ ਪਰਮਾਤਮਾ ਨੂੰ ਵਿਸਾਰ ਦਿੱਤਾ, ਭੁਲਾ ਦਿੱਤਾ, ਬੇਮੁਖ ਹੋ ਗਿਆ। ਜਨਮਾਂ ਜਨਮਾਂ ਦਾ ਵਿਛੋੜਾ ਪੈ ਗਿਆ। ਕਿਨਵੇਂ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ। ਜਿੰਨੇ ਵੀ ਮਾਇਆ ਦੇ ਭੋਗ ਨੇ ਇਹ ਸਾਰੇ ਕੋੜੇ ਹੋ ਗਏ ਖਿਨ ਮਾਤਰ ਦੇ ਸਮੇਂ ਵਿੱਚ। ਇਤਿਹਾਸ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਜ਼ਿਕਰ ਆਉਂਦੇ ਨੇ। ਇੱਕ ਸਿੱਖ ਹੋਇਆ ਹੈ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ, ਸੇਠ ਮਹਿੰਗਾ ਮੱਲ ਲਾਹੌਰ ਦਾ ਰਹਿਣ ਵਾਲਾ ਸੀ, ਬੜਾ ਧਨੀ ਸੀ, ਬੜਾ ਇਹਦੇ ਕੋਲ ਪੈਸਾ। ਤੇ ਮਾਇਆ ਦੇ ਭੋਗਾਂ ਵਿੱਚ ਜੇ ਬੰਦਾ ਰਹੇਗਾ ਤੇ ਰੋਗ ਪੈਦਾ ਹੋਣਗੇ। ਜੇ ਵਾਹਿਗੁਰੂ ਨੂੰ ਵਿਸਾਰ ਦਿੱਤਾ ਨਾ ਤਾਂ ਇਹ ਸਾਡਾ ਸਰੀਰ ਵੀ ਮਾਇਆ ਹੀ ਹੈ। ਇਹ ਭੋਗਾਂ, ਜਿੰਨੇ ਭੋਗਾਂ ਵਿੱਚ ਇਹਨੂੰ ਲਾਵਾਂਗੇ ਰੋਗ ਪੈਦਾ ਹੋ ਜਾਣਗੇ। ਕਿਉਂਕਿ ਮਰਿਆਦਾ ਨੂੰ ਤੋੜ ਕੇ ਜਦੋਂ ਕੋਈ ਮਨੁੱਖ ਚੱਲਦਾ ਹੈ ਤਾਂ ਉਹਦੇ ਵਿੱਚ ਦੁੱਖ ਰੋਗ ਕਲੇਸ਼ ਹੀ ਪੈਦਾ ਹੁੰਦੇ ਨੇ। ਇਹ ਸੇਠ ਮਹਿੰਗਾ ਮੱਲ ਇਸੇ ਤਰ੍ਹਾਂ ਗੁਰਮੁਖੋ ਭੁੱਲ ਕੇ ਪਰਮਾਤਮਾ ਨੂੰ ਸੰਸਾਰ ਵਿੱਚ ਖਚਿਤ ਹੋ ਗਿਆ। ਬੜਾ ਭਿਆਨਕ ਰੋਗ ਲੱਗ ਗਿਆ, ਬੜਾ ਇਲਾਜ ਕਰਾਇਆ ਪਰ ਕੋਈ ਫਰਕ ਨਹੀਂ ਪਿਆ। ਇੱਕ ਕਸੂਰ ਦੇ ਵਿੱਚ ਰਹਿਣ ਵਾਲੇ ਮਾਤਾ ਹੋਏ ਨੇ ਬ੍ਰਹਮ ਗਿਆਨੀ ਮਾਤਾ ਮਾਲੋ ਜੀ, ਜਿਹੜੇ 72 ਪੀੜੇ ਮਹਾਰਾਜ ਜੀ ਨੇ ਬੀਬੀਆਂ ਨੂੰ ਦਿੱਤੇ ਸੀ ਨਾ, ਬ੍ਰਹਮ ਗਿਆਨੀ ਉਹ ਮਹਾਂਪੁਰਖ ਬੀਬੀਆਂ, ਐਸੀਆਂ ਬੀਬੀਆਂ ਹੋਈਆਂ ਨੇ 72। ਉਹਨਾਂ ਨੂੰ ਮਹਾਰਾਜ ਜੀ ਨੇ 72 ਪੀੜੇ ਦਿੱਤੇ। ਸਿੱਖੀ ਦਾ ਪ੍ਰਚਾਰ ਉਹਨਾਂ ਨੇ ਬੜਾ ਕੀਤਾ। ਉਹ ਮਾਤਾ ਜਿਹੜੀ ਸੀ ਲਾਹੌਰ ਵੀ ਆਉਂਦੀ ਜਾਂਦੀ ਸੀ, ਬੜੀ ਬੰਦਗੀ ਵਾਲੀ। ਉਹਨੂੰ ਪਤਾ ਲੱਗਾ ਸੇਠ ਨੂੰ, ਉਹ ਮਾਤਾ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ ਵੀ ਮੈਨੂੰ ਭਿਆਨਕ ਬਿਮਾਰੀ ਲੱਗ ਗਈ, ਮੈਂ ਤਾਂ ਬੜਾ ਦੁੱਖ ਪਾ ਰਿਹਾ ਹਾਂ। ਜਦੋਂ ਮਨੁੱਖ ਦੁੱਖਾਂ ਵਿੱਚ ਹੋਵੇ, ਰੋਗਾਂ ਵਿੱਚ ਹੋਵੇ ਨਾ, ਉਦੋਂ ਅਸਲੀਅਤ ਸਮਝ ਆਉਂਦੀ ਵੀ ਅਸਲੀਅਤ ਸੰਸਾਰ ਦੀ ਕੀ ਹੈ। ਕਿਉਂਕਿ ਜਿਹੜੇ ਸੰਸਾਰ ਦੇ ਪਰਿਵਾਰ ਦੇ ਲੋਕ ਨੇ ਨਾ, ਸੰਸਾਰ ਦਾ ਸੁਭਾਅ ਹੈ ਤੁਹਾਡੀਆਂ ਖੁਸ਼ੀਆਂ ਤਾਂ ਵੰਡਣ ਆਵੇਗਾ ਸੰਸਾਰ, ਦੁੱਖ ਨਹੀਂ ਕੋਈ ਵੰਡਣ ਆਉਂਦਾ। ਕੋਈ ਤੁਹਾਡਾ ਰੋਗ ਨਹੀਂ ਵੰਡਾ ਸਕਦਾ। ਹੁਣ ਜਿਹੜਾ ਪਰਿਵਾਰ ਪਹਿਲਾਂ ਕੋਲ ਹੁੱਬ ਹੁੱਬ ਬਹਿੰਦਾ ਸੀ, ਹੁਣ ਕੋਈ ਇਹਦੇ ਨੇੜੇ ਵੀ ਨਹੀਂ ਆਉਂਦਾ, ਇੱਕ ਪਾਸੇ ਪਿਆ ਰਹਿੰਦਾ। ਪਰ ਜਦੋਂ ਕੋਈ ਚੰਗਾ ਕਰਮ ਅੱਗੇ ਆ ਗਿਆ, ਉਹ ਪਤਾ ਲੱਗਾ ਗਵਾਂਢ ਦੇ ਵਿੱਚ ਮਾਤਾ ਆਏ ਨੇ, ਇਹਨੇ ਵੀ ਕਿਸੇ ਤਰੀਕੇ ਨਾਲ ਪਰਿਵਾਰ ਨੂੰ ਕਿਹਾ ਮੈਨੂੰ ਵੀ ਲੈ ਚਲੋ। ਪਹੁੰਚਿਆ, ਬੇਨਤੀ ਕੀਤੀ ਤਾਂ ਉਹਨਾਂ ਨੇ ਫਿਰ ਕਿਹਾ ਵੀ ਜਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚ। ਉਹਨਾਂ ਨੇ ਨਾਮ ਬਾਣੀ ਦਾ ਉਪਦੇਸ਼ ਦਿੱਤਾ। ਕਹਿੰਦੇ ਜੇ ਆਪਣਾ ਭਲਾ ਚਾਹੁੰਦਾ ਹੈ ਇਹ ਸਾਰੇ ਦੁੱਖ ਰੋਗ ਮਿਟ ਜਾਣਗੇ।
क्योंकि दुख रोग लगन का कारण की है? परमात्मा नूं भुल जाना, गुरु तो बेमुख हो जाना। दूर किवें होणगे? गुरु कोल आ जाओ, परमात्मा दे नाम नाल जुड़ जाओ, फिर ਉਹੀ ਅਵਸਥਾ फिर प्राप्त हो जाती है। ਤਾਂ ਗੁਰਮੁਖੋ ਇਹ ਫਿਰ ਆਇਆ ਮਹਾਰਾਜ ਜੀ ਦੇ ਕੋਲ, ਇਹਦਾ ਦੁੱਖ ਰੋਗ ਉਹ ਜਾਂਦਾ ਰਿਹਾ, ਫਿਰ ਇਹ ਸੇਵਾ ਵਿੱਚ ਲੱਗ ਗਿਆ। ਆਪਣਾ ਉਹ ਜਿਹੜਾ ਪਦਾਰਥਾਂ ਵਾਲਾ ਜੀਵਨ ਸੀ ਛੱਡ ਦਿੱਤਾ, ਦਿਨ ਰਾਤ ਸੇਵਾ ਵਿੱਚ ਲੱਗਾ ਰਹਿੰਦਾ ਹੈ। ਤੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਹੁਕਮ ਸੀ, ਰਾਤ ਨੂੰ ਜਿਹੜਾ ਲੰਗਰ ਬਚ ਜਾਵੇ ਨਾ, ਉਹ ਭਾਈ ਤੁਸੀਂ ਬਚਣ ਨਹੀਂ ਦੇਣਾ, ਲੋੜਵੰਦਾਂ ਵਿੱਚ ਵੰਡ ਦੇਣਾ ਹੈ ਜਾਂ ਪਸ਼ੂਆਂ ਨੂੰ ਪਾ ਦੇਣਾ। ਜਦੋਂ ਵੀ ਬਚ ਜਾਵੇ ਤੇ ਦਰਿਆ ਵਿੱਚ ਜਾ ਕੇ ਪ੍ਰਵਾਹ ਕਰ ਦੇਣਾ ਹੈ। ਇਹ ਭਾਈ ਸੇਠ ਮਹਿੰਗਾ ਮੱਲ ਇਸੇ ਤਰ੍ਹਾਂ ਸੇਵਾ ਵਿੱਚ ਲੱਗਾ ਹੋਇਆ, ਕਾਇਆ ਹੁਣ ਬਿਲਕੁਲ ਅਰੋਗ ਹੋ ਗਈ। ਸੇਵਾ ਕਰਕੇ, ਬੰਦਗੀ ਕਰਕੇ ਗੁਰੂ ਦੀ ਕਿਰਪਾ ਵਰਤੀ। ਕੱਚੋ ਕੰਚਨ ਭਿਓ ਸ਼ਬਦ ਗੁਰੂ ਸਰਵਣੈ ਸੁਣਿਓ, ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਪਣਿਓ। ਲੋ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ, ਪਾਹਣ ਮਾਨਕ ਕਰੈ ਗਿਆਨ ਗੁਰ ਕਿਉ ਵਿਚਾਰੈ। ਕਾਠੋਂ ਸ੍ਰੀ ਖੰਡ ਸਤਿਗੁਰ ਕੀਓ, ਦੁਖ ਦਰਿਦਰ ਤਿਨ ਕੇ ਗਏ। ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ ਪ੍ਰੇਤ ਸੁਰ ਨਰ ਭਏ। ਉੱਚਾ ਸੁੱਚਾ ਜੀਵਨ ਹੋ ਗਿਆ। ਸੇਵਾ ਵਿੱਚ ਐਸਾ ਲੱਗਾ ਰਹਿੰਦਾ ਦਿਨ ਰਾਤ। ਅੱਜ ਰਾਤ ਨੂੰ ਜਦੋਂ ਬਚਿਆ ਹੋਇਆ ਲੰਗਰ ਦਰਿਆ ਵਿੱਚ ਪ੍ਰਵਾਹ ਕਰਨ ਗਿਆ, 4 ਚੋਰ ਮਿਲ ਗਏ ਇਹਨੂੰ। ਇਹਨੇ ਆਖਿਆ ਆਜੋ ਭਾਈ ਲੰਗਰ ਛਕ ਲਓ, ਲੱਗਦਾ ਤੁਸੀਂ ਗੁਰੂ ਘਰ ਜਾ ਰਹੇ ਹੋ, ਪਰ ਲੰਗਰ ਤਾਂ ਉੱਥੋਂ ਮੈਂ ਲੈ ਆਇਆ, ਹੁਣ ਲੰਗਰ ਰਾਤ ਨੂੰ ਮਿਲਣਾ ਹੀ, ਤੁਹਾਨੂੰ ਭੁੱਖ ਲੱਗੀ ਹੋਵੇਗੀ। ਉਹਨਾਂ ਨੇ ਸੋਚਿਆ ਕਿਤੇ ਸਾਨੂੰ ਜਾਣਦਾ ਹੈ। ਲੰਗਰ ਛਕ ਕੇ ਉਹਨਾਂ ਨੇ ਕੀ ਕੀਤਾ, ਇਹਨੂੰ ਮਾਰਿਆ ਕੁੱਟਿਆ, ਅੱਧ ਮੋਇਆ ਕਰਕੇ ਧਰਤੀ ਵਿੱਚ ਗੱਡ ਦਿੱਤਾ। ਤੇ ਗੁਰੂ ਦਰਬਾਰ ਵਿੱਚ ਚੋਰੀ ਕਰਨ ਵਾਸਤੇ ਆਏ ਸੀ। ਮਹਾਰਾਜ ਜੀ ਦਾ ਦਰਬਾਰ ਸਜਿਆ ਹੋਇਆ, ਸਵੇਰੇ ਅੰਮ੍ਰਿਤ ਵੇਲਾ ਪਹੁੰਚੇ ਨੇ। ਸਤਿਗੁਰੂ ਜੀ ਦੇ ਚਰਨਾਂ ਵਿੱਚ ਜਦੋਂ ਇਹਨਾਂ ਨੇ ਮੱਥਾ ਟੇਕਿਆ, ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਭਲਿਓ ਜਿਹੜਾ ਰਾਤ ਮਾੜਾ ਕਰਮ ਕਰਕੇ ਆਇਓ, ਇਹ ਮੱਥਾ ਟੇਕਣ ਨਾਲੋਂ ਤੋਂ ਛੁਟਕਾਰਾ ਨਹੀਂ ਹੋ ਜਾਣਾ। ਕਿਉਂਕਿ ਅਪਰਾਧੀ ਦੁਣਾ ਨਿਵੈ, ਜੋ ਹੰਤਾ ਮਿਰਗਾਏ। ਸੀਸ ਨਵਾਇਆ ਕਿਆ ਥੀਐ, ਜਾਂ ਹਿਰਦੈ ਕੁਸੁੱਧੇ ਜਾਏ। ਇਹ ਠਠੰਬਰ ਗਏ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਦੇਖੋ ਆਏ ਮਾੜਾ ਕਰਮ ਕਰਨ ਵਾਲੇ, ਪਰ ਉਦੋਂ ਵੀ ਮਾੜਾ ਕਰਮ ਜਿਹਨੇ ਤੁਹਾਨੂੰ ਲੰਗਰ ਪ੍ਰਸ਼ਾਦਾ ਛਕਾਇਆ, ਉਹਨੂੰ ਵੀ ਮਾਰ ਅੱਧ ਮੋਇਆ ਕਰਕੇ ਧਰਤੀ ਵਿੱਚ ਗੱਡ ਆਏ ਹੋ, ਰੇਤਾ ਦੇ ਵਿੱਚ। ਸਿੱਖਾਂ ਨੂੰ ਭੇਜਿਆ, ਜਾਓ ਲੈ ਕੇ ਆਓ। ਭਾਈ ਸੇਠ ਮਹਿੰਗਾ ਮੱਲ ਨੂੰ ਲਿਆਂਦਾ ਗਿਆ। ਜਦੋਂ ਪਾਤਸ਼ਾਹ ਕਹਿੰਦੇ ਦੱਸੋ ਇਹ ਚੋਰ, ਇਹਨਾਂ ਨੂੰ ਕੀ ਸਜ਼ਾ ਦਈਏ, ਤਾਂ ਭਾਈ ਮਹਿੰਗਾ ਮੱਲ ਜੀ, ਕਿਉਂਕਿ ਜਦੋਂ ਆਪਣਾ ਅੰਦਰ ਨਿਰਮਲ ਹੋ ਜਾਵੇ ਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ, ਫਿਰ ਉਹ ਸਰਬੱਤ ਦਾ ਭਲਾ ਮੰਗਦੇ ਨੇ। ਕਹਿਣ ਲੱਗੇ ਪਾਤਸ਼ਾਹ ਇਹਨਾਂ ਨੂੰ ਬਖਸ਼ ਦਿਓ, ਇਹਨਾਂ ਨੂੰ ਸਿੱਖ ਬਣਾ ਲਓ। ਉਹ ਵੀ ਚਰਨਾਂ ਤੇ ਢਹਿ ਪਏ। ਸਤਿਗੁਰੂ ਨੇ ਉਹਨਾਂ ਨੂੰ ਵੀ ਸਿੱਖੀ ਦਿੱਤੀ। ਵੇਖੋ ਇਹ ਮਹਿੰਗਾ ਮੱਲ ਜਿਹੜਾ ਸੇਠ ਰੋਗਾਂ ਵਿੱਚ ਗਰਸਿਆ ਹੋਇਆ ਸੀ, ਸਤਿਗੁਰੂ ਦੀ ਸਿੱਖੀ ਕਮਾ ਕੇ ਸਿੱਖ ਬਣਿਆ। ਇਹਨੂੰ ਵੀ ਸਤਿਗੁਰੂ ਨੇ ਸਿੱਖੀ ਦਾ ਪ੍ਰਚਾਰਕ ਲਾਇਆ। ਜਦੋਂ ਮਨੁੱਖ ਰੱਬ ਨੂੰ ਭੁੱਲੇਗਾ, ਮਹਾਰਾਜ ਕਹਿੰਦੇ ਖਿੰਨ ਮੈਂ ਕੋੜੇ ਹੋਏਗੇ, ਜਿਤੜੇ ਮਾਇਆ ਭੋਗ। ਜਿੰਨੇ ਵੀ ਇਹ ਮਾਇਆ ਦੇ ਭੋਗ ਨੇ, ਜ਼ਹਿਰਵਤ ਹੋ ਜਾਂਦੇ ਨੇ। ਇਹ ਤਾਂ ਚੰਗਾ ਕਰਮ ਜਿਹਦਾ ਉਹ ਬਖਸ਼ਿਆ ਜਾਂਦਾ ਹੈ, ਨਹੀਂ ਤਾਂ ਬੜੀ ਔਖੀ ਗੱਲ ਹੈ, ਨਹੀਂ ਤਾਂ ਜਨਮਾਂ ਜਨਮਾਂ ਦਾ ਵਿਛੋੜਾ ਪੈ ਜਾਂਦਾ ਹੈ। ਕੋਈ ਵਿਰਲੇ ਹੀ ਨੇ ਜਿਨ੍ਹਾਂ ਦੇ ਕੋਈ ਚੰਗੇ ਕਰਮ ਜਾਗ ਜਾਣ, ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ। ਮਹਾਰਾਜ ਕਹਿੰਦੇ ਜਿਹੜੇ ਮਾਇਆ ਦੇ ਭੋਗਾਂ ਵਿੱਚੋਂ ਗਰਸਿਆ ਹੋਇਆ, ਰੱਬ ਦੀ ਬੰਦਗੀ ਨਹੀਂ ਕਰਦਾ, ਸਿਮਰਨ ਨਹੀਂ ਕਰਦਾ, ਇਹ ਤਾਂ ਖਿੰਨ ਮਾਤਰ ਦੇ ਸਮੇਂ ਵਿੱਚ, 1 ਸੈਕਿੰਡ ਦੇ ਵਿੱਚ ਦੂਜਾ ਰੂਪ ਧਾਰਨ ਕਰ ਲੈਂਦੇ ਨੇ। ਭਾਵ ਦੁੱਖ ਦਾ ਰੂਪ ਧਾਰਨ ਕਰ ਲੈਂਦੇ ਨੇ। ਵਿੱਚ ਨਾ ਕੋਈ ਕਰ ਸਕੈ, ਕਿਸ ਤੈ ਰੋਵੈ ਰੋਜ਼। ਤੇਰੀ ਫਿਰ ਕੋਈ ਵਿਚੋਲਗੀ ਨਹੀਂ ਕਰ ਸਕੇਗਾ।
ਜਦੋਂ ਰੋਗ ਲੱਗ ਗਿਆ ਹੋਵੇ, ਨਾ ਤੁਹਾਡੀ ਧੀ, ਨਾ ਪੁੱਤ, ਨਾ ਮਾਂ, ਨਾ ਭਰਾ ਕੋਈ ਉਹਨੂੰ ਦੂਰ ਕਰ ਸਕਦਾ ਹੈ। ਨਾ ਉਹ ਰੋਗ ਦੁੱਖ ਆਪਣੇ ਸਰੀਰ ਤੇ ਲੈ ਸਕਦਾ ਹੈ। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵੈ ਰੋਜ਼। ਜਦੋਂ ਜੱਜ ਦੇ ਕੋਲ ਬੰਦੇ ਦਾ ਜੁਰਮ ਤੈਅ ਹੋ ਗਿਆ ਨਾ ਹੁਣ ਮਾਂ, ਨਾ ਪਿਓ, ਨਾ ਭਰਾ, ਨਾ ਧੀ, ਨਾ ਪੁੱਤ ਉਹਦੀ ਥਾਂ ਸਜ਼ਾ ਨਹੀਂ ਕਰ ਸਕਦਾ। ਉਹ ਕਹਿੰਦੇ ਸਜ਼ਾ ਹੈ ਇਹਨੂੰ, ਇਹ ਜ਼ੁਲਮ ਕੀਤਾ ਹੈ, ਇਹ ਪਾਪ ਕੀਤਾ ਹੈ। ਕੋਈ ਵਿਚੋਲਗੀ ਨਹੀਂ ਕਰੇਗਾ। ਜੇ ਕੋਈ ਕਰੇ ਵੀ ਉਹ ਪਰਵਾਹ ਨਹੀਂ ਕਰਦੇ, ਕਹਿੰਦੇ ਨਹੀਂ ਭਾਈ ਜ਼ੁਲਮ ਇਹਨੇ ਕੀਤਾ, ਸਜ਼ਾ ਇਸੇ ਨੂੰ ਮਿਲੇਗੀ, ਹੋਰ ਨਹੀਂ ਕਿਸੇ ਨੂੰ। ਨਾ ਕੋਈ ਵਿਚੋਲਗੀ ਵਿੱਚ ਕਰਦਾ। ਕੌਣ ਕਹਿੰਦਾ ਵੀ ਮੈਨੂੰ ਦੁੱਖ ਮਿਲੇ ਤੂੰ ਸੁਖੀ ਹੋ ਜਾ। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵੈ ਰੋਜ਼। ਜਿੰਨਾ ਮਰਜੀ ਰੋਜ਼ ਰੋਵੇ, ਕੋਈ ਇਹਦੇ ਦੁੱਖ ਰੋਗ ਨੂੰ ਫਿਰ ਦੂਰ ਨਹੀਂ ਕਰ ਸਕਦਾ, ਕੇਵਲ ਪ੍ਰਮਾਤਮਾ ਕਰ ਸਕਦਾ। ਇਸੇ ਕਰਕੇ ਮਹਾਰਾਜ ਕਹਿੰਦੇ ਮਾਨੁਖ ਕੀ ਟੇਗ ਬਿਰਥੀ ਸਭ ਜਾਣ, ਦੇਵਨ ਕੋ ਏਕੈ ਭਗਵਾਨ। ਮਨੁੱਖ ਦੀ ਟੇਗ ਬਿਰਥੀ ਹੈ, ਕਿਸੇ ਮਨੁੱਖ ਦੀ ਟੇਗ ਨਾ ਲੈ ਵੀ ਇਹ ਤੇਰਾ ਕੁਝ ਸਵਾਰ ਦੇਵੇਗਾ, ਤੈਨੂੰ ਕੋਈ ਸੁੱਖ ਦੇਵੇਗਾ। ਜੇਕਰ ਸੁਖ ਲੈਣਾ ਜੋ ਸੁਖ ਕੋ ਚਾਹੈ, ਸਦਾ ਸ਼ਰਨ ਰਾਮ ਕੀ ਲੇਹ। ਕਹੋ ਨਾਨਕ ਸੁਣ ਰੇ ਮਨਾ, ਦੁਰਲਭ ਮਾਨੁਖ ਦੇ। ਸੁਖ ਕੇਵਲ ਵਾਹਿਗੁਰੂ ਦੇ ਨਾਮ ਦੇ ਵਿੱਚ ਹੈ, ਪਰਮੇਸ਼ਵਰ ਦੇ ਨਾਮ ਦੇ ਵਿੱਚ ਹੈ। ਉਹ ਜਪਣ ਦਾ ਸਾਡੇ ਕੋਲ ਟਾਈਮ ਨਹੀਂ ਹੈ। ਜਿਹਨੇ ਸਾਨੂੰ ਸੁਖ ਦੇਣਾ ਹੈ ਨਾ, ਉਹਦੇ ਵਾਸਤੇ ਟਾਈਮ ਨਹੀਂ। ਜਿਨ੍ਹਾਂ ਨੇ ਦੁੱਖ ਰੂਪ ਹੋ ਕੇ ਵਿਪਰਨਾ ਹੈ, ਉਹਨਾਂ ਵਾਸਤੇ ਆਪਾਂ ਟਾਈਮ ਕੱਢਦੇ ਹਾਂ। ਜਿਹਦੇ ਵਾਸਤੇ ਆਪਾਂ ਟਾਈਮ ਆਪਾਂ ਲਾ ਰਹੇ ਹਾਂ, ਇਹ ਸਾਰਾ ਮਹਾਰਾਜ ਕਹਿੰਦੇ ਦੁੱਖ ਰੂਪ ਹੋ ਜਾਂਦਾ ਹੈ। ਸੁੱਖ ਦੇਣਾ ਸੀ ਵਾਹਿਗੁਰੂ ਦੇ ਨਾਮ ਨੇ, ਉਹਦੇ ਵਾਸਤੇ ਮਨੁੱਖ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹੈ, ਮੇਰੇ ਕੋਲ ਸਮਾਂ ਹੀ ਨਹੀਂ ਹੈ ਬਾਣੀ ਪੜ੍ਹਨ ਦਾ, ਨਾਮ ਜਪਣ ਦਾ। ਤਾਂ ਪਾਤਸ਼ਾਹ ਕਹਿੰਦੇ ਫਿਰ ਕਿਹਦੇ ਕੋਲ ਜਾ ਕੇ ਰੋਵੇਂਗਾ, ਕਿਸੇ ਨੇ ਤੇਰਾ ਦੁੱਖ ਨਹੀਂ ਸੁਣਨਾ। ਕੀਤਾ ਕਿਛੂ ਨਾ ਹੋਵਈ, ਲਿਖਿਆ ਧੁਰ ਸੰਜੋਗ। ਇਹ ਧੁਰ ਸੰਜੋਗ ਦੀ ਮਰਿਆਦਾ ਵਾਹਿਗੁਰੂ ਨੇ ਬਣਾਈ ਹੋਈ ਹੈ ਵੀ ਜਿਸ ਤਰ੍ਹਾਂ ਦੇ ਮਰਜ਼ੀ ਕਰਮ ਕਰ ਲੈ। ਪਰਮਾਤਮਾ ਨੇ ਤੈਨੂੰ ਖੁੱਲ੍ਹ ਦੇ ਦਿੱਤੀ, ਜਿਵੇਂ ਸਰਕਾਰ ਨੇ ਖੁੱਲ੍ਹ ਦੇ ਦਿੱਤੀ ਹੈ। ਜਿੰਨਾ ਮਰਜ਼ੀ ਕੋਈ ਪੜ੍ਹ ਲਵੇ, ਕੋਈ ਪਾਬੰਦੀ ਨਹੀਂ ਸਰਕਾਰ ਵੱਲੋਂ ਵੀ ਪੜ੍ਹਾਈ ਇੱਥੋਂ ਤੱਕ ਹੀ ਕਰਨੀ ਹੈ। ਤੇ ਸਰਕਾਰ ਇਸ ਗੱਲ ਤੋਂ ਵੀ ਨਹੀਂ ਰੋਕਦੀ ਵੀ ਤੂੰ ਮਾੜਾ ਕਰਮ ਨਾ ਕਰ। ਉਹ ਕਹਿੰਦੇ ਜੋ ਕਰਨਾ ਕਰ ਲੈ। ਜੇ ਮਾੜੇ ਕਰਮ ਕਰੇਗਾ, ਅਸੀਂ ਜੇਲ੍ਹਾਂ ਵੀ ਬਣਾਈਆਂ ਹੋਈਆਂ ਨੇ। ਸਰਕਾਰ ਕਹਿੰਦੀ ਮਾੜੇ ਕਰਮ ਕਰੇਗਾ, ਜੇਲ੍ਹਾਂ ਵੀ ਬਣਾਈਆਂ ਹੋਈਆਂ ਨੇ। ਚੰਗੇ ਕਰਮ ਕਰੇਗਾ ਤਾਂ ਤੈਨੂੰ ਵੱਡੇ ਵੱਡੇ ਰੁਤਬੇ ਵੀ ਮਿਲਣਗੇ। ਤੂੰ ਜੋ ਕਰਨਾ ਕਰ ਲੈ। ਫਿਰ ਸਰਕਾਰ ਨੂੰ ਦੋਸ਼ ਦੇਵੇ ਜਾਂ ਕਿਸੇ ਨੂੰ। ਜੇ ਪੜ੍ਹਾਈ ਕਰੇਗਾ, ਚੰਗੇ ਕਰਮ ਕਰੇਗਾ, ਸਰਕਾਰ ਰੁਤਬੇ ਦਿੰਦੀ ਹੈ, ਉਹਨੂੰ ਬਾਡੀਗਾਰਡ ਦਿੰਦੀ ਉਹਦੀ ਰੱਖਿਆ ਵਾਸਤੇ, ਮੋਟੀ ਤਾਜ਼ੀ ਤਨਖਾਹ ਦਿੰਦੀ ਹੈ। ਰਿਟਾਇਰ ਹੋ ਜਾਵੇ ਪੈਨਸ਼ਨ ਦਿੰਦੀ ਹੈ। ਬੜੀਆਂ ਸਹੂਲਤਾਂ, ਡਾਕਟਰੀ ਸਹੂਲਤਾਂ ਹੁੰਦੀਆਂ ਨੇ। ਹਵਾਈ ਜਹਾਜ਼ ਦਾ ਜਿਹੜਾ ਸਫ਼ਰ ਹੈ ਉਹ ਫਰੀ, ਰੇਲ ਯਾਤਰਾ ਦਾ ਸਫ਼ਰ ਫਰੀ, ਕਿੰਨਾ ਕੁਝ ਸਰਕਾਰ ਦਿੰਦੀ ਹੈ। ਬੰਦਾ ਤਾਂ ਉਹੀ ਹੈ, ਪਰ ਪੜ੍ਹਾਈ ਕੀਤੀ ਉਹਨੇ। ਇੱਕ ਨੇ ਮਾੜੇ ਕਰਮ ਕੀਤੇ, ਉਹਨੂੰ ਚੁੱਕ ਕੇ ਜੇਲ੍ਹ ਵਿੱਚ ਬੰਦ ਕਰ ਦਿੰਦੀ ਹੈ। ਵਾਹਿਗੁਰੂ ਪਰਮਾਤਮਾ ਨੇ ਵੀ ਇਸੇ ਤਰ੍ਹਾਂ ਸਾਨੂੰ ਖੁੱਲ੍ਹ ਦੇ ਦਿੱਤੀ ਵੀ ਬੰਦਗੀ ਕਰ ਲੈ, ਚੰਗੇ ਕਰਮ ਕਰ ਲੈ ਜਾਂ ਮਾੜੇ ਕਰ ਲੈ, ਤੇਰੀ ਮਰਜ਼ੀ, ਇਹ ਤੇਰੇ ਤੇ ਹੈ। ਪਰ ਹੈ ਸਾਡੀ ਹਕੂਮਤ ਦੇ ਅੰਦਰ ਹੀ, ਹਕੂਮਤ ਤੋਂ ਬਾਹਰ ਨਹੀਂ ਜਾ ਸਕਦਾ। ਜੋ ਤੂੰ ਕਰੇਗਾ ਉਹਦਾ ਫਲ ਵੀ ਅਸੀਂ ਤੈਨੂੰ ਦੇਣਾ ਹੈ। ਕੀਤਾ ਕਿਛੂ ਨਾ ਹੋਵਈ, ਫਿਰ ਕੀਤਾ ਹੋਇਆ ਕੁਝ ਬਦਲ ਨਹੀਂ ਸਕਦਾ। ਇੱਕ ਵਾਰੀ ਤੈਨੂੰ ਸਜ਼ਾ ਹੋ ਗਈ, ਮਾੜਾ ਕਰਮ ਕਰਤਾ, ਉਹਦਾ ਫਲ ਮਿਲਣਾ ਹੀ ਮਿਲਣਾ ਹੈ। ਲਿਖਿਆ ਧੁਰ ਸੰਜੋਗ, ਲੇਖ ਨਾ ਮਿਟੀ ਇਹ ਸਗੀ, ਜੋ ਲਿਖਿਆ ਕਰਤਾਰ। ਜੋ ਵਾਹਿਗੁਰੂ ਨੇ ਲਿਖ ਦਿੱਤਾ ਤੇਰੇ ਕਰਮਾਂ ਨੂੰ ਵੇਖ ਕੇ, ਉਹਨੂੰ ਕੋਈ ਵੀ ਮਿਟਾ ਨਹੀਂ ਸਕਦਾ। ਕਰਮਾਂ ਦੀ ਗਤੀ, ਕਰਮਾਂ ਦੀ ਮਰਿਆਦਾ ਐਸੀ ਰੱਬ ਨੇ ਬਣਾਈ ਹੈ। ਤੋ ਪਾਤਸ਼ਾਹ ਕਹਿੰਦੇ ਵਡਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਵਿਯੋਗ। ਵੱਡਿਆਂ ਭਾਗਾਂ ਵਾਲਿਆਂ ਨੂੰ ਮੇਰਾ ਵਾਹਿਗੁਰੂ ਮਿਲਦਾ ਹੈ। ਜਦੋਂ ਵਾਹਿਗੁਰੂ ਮਿਲਦਾ ਸਾਰਾ ਵਿਛੋੜਾ ਲੈ ਜਾਂਦਾ, ਵਿਛੋੜੇ ਦਾ ਦੁੱਖ ਲੈ ਜਾਂਦਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਇੱਕ ਕਵਿਤਾ ਲਿਖੀ ਹੈ। ਉਹਨਾਂ ਦੀਆਂ ਕਵਿਤਾਵਾਂ ਹੈ ਤਾਂ ਛੋਟੀਆਂ ਛੋਟੀਆਂ,
ਵੱਡੀਆਂ ਵੀ ਨੇ ਕਈ, ਬਹੁਤੀਆਂ ਛੋਟੀਆਂ, ਪਰ ਉਹਨਾਂ ਵਿੱਚ ਸਿੱਖਿਆ ਬਹੁਤ ਵੱਡੀ ਵੱਡੀ ਦਿੱਤੀ ਹੈ। ਭਾਈ ਵੀਰ ਸਿੰਘ ਕੋਲੇ ਦਾ ਪ੍ਰਮਾਣ ਦਿੰਦੇ ਨੇ, ਕਹਿੰਦੇ ਦੁੱਧ ਦਹੀਂ ਵਿੱਚ ਧੋਤਾ ਕੋਲਾ, ਕੋਲਾ ਕਾਲਾ ਰੰਗ, ਕਹਿੰਦੇ ਇਹਨੂੰ ਲਾਲ ਕਰ ਦਈਏ, ਇਹਦਾ ਰੰਗ ਬਦਲ ਦਈਏ, ਇਹਨੂੰ ਚਿੱਟਾ ਕਰ ਦਈਏ। ਦੁੱਧ ਦਹੀਂ ਵਿੱਚ ਚੰਗੀ ਤਰ੍ਹਾਂ ਧੋਤਾ, ਪਹਿਲਾਂ ਸਭ ਤੋਂ ਕਹਿੰਦੇ ਸਾਬਣ ਲਾਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਧੋਇਆ, ਖੁੰਭ ਚਾੜ ਰੰਗਣ ਵੀ ਧਰਿਆ ਤਾਂ ਵੀ ਲਾਲ ਨਾ ਹੋਇਆ। ਪਹਿਲਾਂ ਸਾਬਣ ਨਾਲ ਧੋਣ ਲੱਗ ਪਏ ਵੀ ਇਹਦੀ ਕਾਲਖ ਦੂਰ ਹੋ ਜਾਵੇ, ਫਿਰ ਦੁੱਧ ਦਹੀਂ ਵਿੱਚ ਪਾ ਕੇ ਧੋਇਆ ਵੀ ਵਾਈਟ ਹੋ ਜਾਵੇ, ਰੰਗ ਬਦਲ ਜਾਵੇ ਇਹਦਾ। ਫਿਰ ਕਹਿੰਦੇ ਚਲੋ ਏਦਾਂ ਵੀ ਰੰਗ ਨਾ ਬਦਲਿਆ ਇਹਨੇ, ਲਲਾਰੀ ਕੋਲ ਰਹਿ ਗਏ, ਇਹਨੂੰ ਰੰਗ ਚਾੜ ਦੇ। ਲਲਾਰੀ ਨੇ ਵੀ ਯਤਨ ਕੀਤਾ ਪਰ ਉਹ ਰੰਗ ਨਹੀਂ ਚੜਿਆ, ਕਾਲਖ ਦੂਰ ਨਹੀਂ ਹੋਈ ਇਹਦੀ। ਵਿਛੜ ਕੇ ਕਾਲਖ ਸੀ ਆਈ, ਬਿਨ ਮਿਲਿਆ ਨਾ ਲਹਿੰਦੀ। ਇਹ ਕੋਲਾ ਕਾਲਾ ਕਿਵੇਂ ਹੋ ਗਿਆ? ਅੱਗ ਤੋਂ ਵਿਛੜ ਗਿਆ। ਅੱਗ ਦੇ ਵਿੱਚ ਤਾਂ ਇਹ ਲਾਲ ਸੀ ਬਿਲਕੁਲ, ਪਰ ਅੱਗ ਤੋਂ ਵਿਛੜ ਕੇ ਕਾਲਾ ਹੋ ਗਿਆ ਹੈ। ਸਾਬਣ ਨਾਲ ਧੋਣ ਨਾਲ ਵੀ, ਦੁੱਧ ਦਹੀਂ ਵਿੱਚ ਧੋਣ ਨਾਲ ਵੀ ਇਹਨੇ ਰੰਗ ਨਹੀਂ ਵਟਾਇਆ। ਕਹਿੰਦੇ ਅੰਗ ਅੱਗ ਲਗਾ ਕੇ ਦੇਖੋ, ਚੜਿਆ ਰੂਪ ਸਵਾਇਆ, ਉਹਨੂੰ ਮੁੜ ਕੇ ਅੱਗ ਵਿੱਚ ਰੱਖ ਦਿਓ, ਫਿਰ ਲਾਲ ਹੋ ਜਾਂਦਾ ਹੈ। ਅਸੀਂ ਰੱਬ ਤੋਂ ਵਿਛੜ ਕੇ ਕਾਲੇ ਹੋ ਗਏ ਹਾਂ, ਅੰਦਰੋਂ ਕਾਲੇ ਸ਼ਾਹ ਹੋਏ ਪਏ ਹਾਂ। ਤੀਰਥਾਂ ਦਾ ਇਸ਼ਨਾਨ ਕਰ ਲੋ, ਦਾਨ ਪੁੰਨ ਇਸ ਤਰ੍ਹਾਂ ਦੇ ਜਿੰਨੇ ਮਰਜ਼ੀ ਕਰਮ ਕਰ ਲੋ, ਲਾਲ ਨਹੀਂ ਹੋਵੇਗਾ, ਕਿਉਂਕਿ ਵਿਛੜੇ ਰੱਬ ਤੋਂ ਆ। ਰੱਬ ਨਾਲ ਜੁੜ ਕੇ ਹੀ ਲਾਲ ਹੋਵੇਗਾ, ਪਰਮਾਤਮਾ ਨਾਲ ਜੁੜ ਕੇ ਹੀ ਤੇਰਾ ਰੰਗ ਬਦਲੇਗਾ, ਵਰਨਾ ਨਹੀਂ। ਪਾਪਾਂ ਦੀ, ਵਿਸ਼ਿਆਂ ਦੀ, ਵਿਕਾਰਾਂ ਦੀ ਕਾਲਖ ਨਾਲ ਭਰ ਗਏ ਹਾਂ। ਸਤਿਗੁਰੂ ਨੇ ਬਾਣੀ ਵਿੱਚ ਇਹਦੇ ਬਾਰੇ ਆਖਿਆ ਹੈ, ਜਿਵੇਂ ਪਾਣੀ ਸਾਰੇ ਜੀਵਨ ਦਾ ਆਧਾਰ ਹੈ, ਪਰ ਉਹੀ ਪਾਣੀ ਗੁਰਮੁਖੋ ਕਿਤੇ ਗੰਦੇ ਚਲੇ ਵਿੱਚ ਪੈ ਜਾਵੇ, ਟੋਏ ਵਿੱਚ ਪੈ ਜਾਵੇ ਤੇ ਬਦਬੂਦਾਰ ਹੋ ਜਾਂਦਾ ਹੈ। ਉਹੀ ਪਾਣੀ ਜਿਹਨੂੰ ਲੋਕ ਵੇਖ ਕੇ ਜੀਵਦੇ ਨੇ, ਪੀਂਦੇ ਨੇ, ਕੱਪੜੇ ਧੋਂਦੇ, ਇਸ਼ਨਾਨ ਕਰਦੇ ਨੇ, ਰੋਟੀ ਪਾਣੀ ਬਣਦਾ ਹੈ, ਉਹੀ ਗੰਦੇ ਨਾਲੇ ਵਿੱਚ ਪੈ ਗਿਆ, ਗੰਦੇ ਟੋਏ ਵਿੱਚ ਪੈ ਗਿਆ ਤਾਂ ਉਹ ਬਦਬੂ ਮਾਰਨ ਲੱਗ ਜਾਂਦਾ ਹੈ। ਉਸ ਗੰਦੇ ਪਾਣੀ ਨੂੰ, ਰੁਕੇ ਹੋਏ ਪਾਣੀ ਨੂੰ, ਜਿਹੜਾ ਰੁਕ ਗਿਆ ਹੈ, ਰੁਕਣ ਨਾਲ ਗੰਦਗੀ ਪੈਦਾ ਹੋ ਗਈ। ਨਾ ਕੋਈ ਉਹਦੇ ਨਾਲ ਇਸ਼ਨਾਨ ਕਰਦਾ, ਨਾ ਕੋਈ ਉਹਨੂੰ ਪੀਂਦਾ, ਨਾ ਕੋਈ ਗੰਦੇ ਪਾਣੀ ਨਾਲ ਕੱਪੜੇ ਧੋਂਦਾ, ਰੋਟੀ ਪਾਣੀ ਦਾ ਬਣਾਉਣਾ ਹੀ ਕੀ ਹੈ। ਕਹਿੰਦੇ ਉਹ ਪਾਣੀ ਰੁਕਿਆ ਹੋਇਆ, ਮੀਂਹ ਪਿਆ, ਬੜਾ ਭਾਰੀ ਮੀਂਹ ਪਿਆ ਤੇ ਮੀਂਹ ਨੇ ਉਸ ਪਾਣੀ ਨੂੰ ਚੁੱਕਿਆ। ਉਹ ਪਾਣੀ ਚੁੱਕ ਕੇ ਲੈ ਗਿਆ ਵੱਡੀ ਨਦੀ ਵਿੱਚ, ਦਰਿਆ ਵਿੱਚ। ਦਰਿਆ ਦੀ ਸੰਗਤ ਕਰਕੇ ਉਹ ਪਾਣੀ ਫਿਰ ਨਿਰਮਲ ਹੋ ਗਿਆ। ਲੋਕੀ ਉਸ ਨੂੰ ਪੀਣ ਲੱਗ ਪਏ, ਇਸ਼ਨਾਨ ਕਰਨ ਲੱਗ ਪਏ। ਜਿਉਂ ਮੀਂਹ ਉੱਠੈ ਗਲੀਆਂ ਨਾਲਿਆਂ, ਟੋਭਿਆਂ ਕਾ ਜਲ ਜਾਏ ਪਵੈ ਵਿੱਚ ਸੁਰਸਰੀ, ਸੁਰਸਰੀ ਮਿਲ ਪਵਿੱਤਰ ਪਾਵਨ ਹੋਏ ਜਾਵੇ। ਕਹਿੰਦੇ ਜਿਵੇਂ ਵੱਡੀ ਨਦੀ ਵਿੱਚ, ਦਰਿਆ ਵਿੱਚ ਮਿਲ ਕੇ ਉਹ ਪਾਣੀ ਫਿਰ ਨਿਰਮਲ ਹੋ ਜਾਂਦਾ ਹੈ। ਇਸੇ ਤਰ੍ਹਾਂ ਗੁਰਮੁਖੋ ਆਪਾਂ ਮਾੜੇ ਕਰਮਾਂ ਕਰਕੇ ਰੁਕ ਗਏ, ਮੈਲ ਅੰਦਰ ਇਕੱਠੀ ਹੋ ਗਈ। ਜਦੋਂ ਸਤ ਸੰਗਤ ਰੂਪੀ ਦਰਿਆ ਵਿੱਚ ਆ ਕੇ ਬੈਠ ਗਏ ਨਾ, ਗੁਰੂ ਦੀ ਰਹਿਮਤ ਹੋਈ। ਜਿਵੇਂ ਜਿਵੇਂ ਮਨੁੱਖ ਗੁਰੂ ਦੀ ਸੰਗਤ ਕਰਨ ਲੱਗ ਜਾਂਦਾ ਹੈ, ਸ਼ਬਦ ਪੜ੍ਹਨ ਲੱਗ ਜਾਂਦਾ ਹੈ, ਬਾਣੀ ਦਾ ਅਭਿਆਸ ਕਰਨ ਲੱਗ ਜਾਂਦਾ ਹੈ, ਰੁਕਿਆ ਹੋਇਆ ਮਨ, ਰੁਕੀ ਹੋਈ ਆਤਮਾ, ਰੁਕਵੀ ਹੋਈ ਚੇਤਨ ਸ਼ਕਤੀ ਚੱਲ ਪੈਂਦੀ ਹੈ। ਬਾਣੀ ਤੋਂ ਬਿਨਾਂ ਸਾਡੀ ਚੇਤਨ ਸ਼ਕਤੀ ਰੁਕੀ ਹੋਈ ਹੈ, ਇਸ ਕਰਕੇ ਅਸੀਂ ਦੁਖੀ ਹੋ ਰਹੇ ਹਾਂ, ਕਿਉਂਕਿ ਅੰਦਰ ਵਿਕਾਰ, ਰੋਗ, ਕਲੇਸ਼ ਪੈਦਾ ਹੋਣ ਦਾ ਕਾਰਨ ਕੀ ਹੈ? ਸਾਡੀ ਚੇਤਨ ਸ਼ਕਤੀ ਰੁਕ ਗਈ ਇੱਕ ਥਾਂ ਤੇ, ਸਰੀਰ ਰੂਪੀ ਗੰਦੇ ਚਲੇ ਵਿੱਚ ਰੁਕ ਗਈ ਹੈ। ਜਦੋਂ ਗੁਰੂ ਦੀ ਸੰਗਤ ਵਿੱਚ ਆਏ, ਗੁਰੂ ਦੀ ਕਿਰਪਾ ਦਾ ਮੀਂਹ ਹੋਇਆ ਨਾ, ਇਸ ਸਰੀਰ ਤੋਂ ਅੱਗੇ ਆਤਮਾ ਚੱਲ ਪਈ, ਚੇਤਨ ਸ਼ਕਤੀ ਅੱਗੇ ਚੱਲ ਪਈ, ਹੁਣ ਸ਼ਬਦ ਦੇ ਨਾਲ ਚੱਲ ਪਈ ਹੈ। ਜਿਵੇਂ ਜਿਵੇਂ ਸ਼ਬਦ ਦਾ ਅਭਿਆਸ ਕਰਦਾ ਹੈ, ਇੱਕ ਦਿਨ ਆਤਮਾ ਸਰੀਰ ਤੋਂ ਪਰੇ ਹੋ ਜਾਂਦੀ ਹੈ, ਰਹਿੰਦੀ ਸਰੀਰ ਵਿੱਚ ਹੀ ਹੈ, ਪਰ ਹੁਣ ਸਰੀਰ ਦਾ ਕੋਈ ਮੋਹ ਨਹੀਂ ਰਿਹਾ, ਸਰੀਰ ਦੀ ਕੋਈ ਪਕੜ ਨਹੀਂ ਰਹੀ। ਇਸੇ ਕਰਕੇ ਜਿੰਨੀਆਂ ਵੀ ਆਪਾਂ ਵੇਖਦੇ ਹਾਂ ਸ਼ਹਾਦਤਾਂ ਹੋਈਆਂ ਸਿੱਖ ਧਰਮ ਦੇ ਅੰਦਰ, ਕੋਈ ਗਿਣਤੀ ਨਹੀਂ, ਪਰ ਇਹ ਸ਼ਹਾਦਤਾਂ ਦਿੱਤੀਆਂ ਕਿਹਨਾਂ ਨੇ?
ਜਿਨ੍ਹਾਂ ਦੇ ਜੀਵਨ ਦੇ ਅੰਦਰ ਸ਼ਬਦ ਦੀ ਕਮਾਈ ਸੀ। ਉਹ ਕਹਿੰਦੇ ਸਰੀਰ ਨੂੰ ਮਾਰਨਾ ਮਾਰ ਲਓ, ਕੋਈ ਚੱਕਰ ਹੀ ਨਹੀਂ, ਸਰੀਰ ਨਾਲ ਸਾਡਾ ਨਾਤਾ ਹੀ ਨਹੀਂ ਰਿਹਾ। ਆਪਾਂ ਦੇ ਜੇ ਕੋਈ ਮਾੜੇ ਜੇ ਆਪਣੀ ਸੂਈ ਚੁੱਭ ਜੇ ਆਪਾਂ ਰੋਣ ਲੱਗ ਜਾਂਦੇ ਆ। ਜਿਨ੍ਹਾਂ ਦੇ ਆਰੇ ਚੱਲੇ, ਖੋਪਰੀਆਂ ਉਤਾਰੀਆਂ ਗਈਆਂ, ਦੇਗਾਂ ਵਿੱਚ ਉਬਾਲਿਆ ਗਿਆ, ਖੱਲਾਂ ਉਤਾਰ ਦਿੱਤੀਆਂ ਗਈਆਂ, ਸੀਲ ਹੀ ਕੀਤੀ ਉਹਨਾਂ ਨੇ। ਆਪਣੇ ਪਟਿਆਲੇ ਸ਼ਹਿਰ ਦੇ ਕੋਲ ਖਲਕਟ ਪੈਂਦਾ ਹੈ, ਉੱਥੇ ਦੇ ਇੱਕ ਗੁਰਸਿੱਖ ਹੋਏ ਜਿਨ੍ਹਾਂ ਦੀ ਜਿਹੜੀ ਹੈ ਖੱਲ ਉਤਾਰ ਦਿੱਤੀ ਗਈ ਸੀ। ਤਾਂ ਉਹ ਮਹਾਂਪੁਰਖ ਵੇਖੋ ਭਾਈ ਜੈ ਸਿੰਘ ਉਹਨਾਂ ਦਾ ਨਾਮ, ਉਹਨਾਂ ਦੇ ਨਾਂ ਤੇ ਜਗ੍ਹਾ ਵੀ ਬਣੀ ਹੋਈ, ਗੁਰਦੁਆਰਾ ਵੀ ਬਣਿਆ ਹੋਇਆ ਹੈ, ਭਾਈ ਜੈ ਸਿੰਘ ਖਲਕਟ। ਉਹਨੂੰ ਕਿਹਾ ਸੀ ਵੀ ਸਾਡੀ ਪੰਡ ਚੁੱਕ, ਸਰਹੰਦ ਦਾ ਜਿਹੜਾ ਸੂਬੇਦਾਰ ਸੀ, ਕੀ ਇਹਦੇ ਵਿੱਚ ਕਹਿੰਦਾ ਤੰਬਾਕੂ ਹੁੱਕਾ ਪੀਣ ਵਾਲਾ ਮੇਰਾ ਸਾਜੋ ਸੁਣ। ਕਹਿੰਦਾ ਮੈਂ ਗੁਰੂ ਦਾ ਸਿੱਖ ਹਾਂ, ਮੇਰੇ ਕੇਸਾਂ ਵਿੱਚ ਗੁਰੂ ਦਾ ਅੰਮ੍ਰਿਤ ਪਿਆ ਹੈ, ਮੈਂ ਆਪਣੇ ਗੁਰੂ ਦੇ ਦਿੱਤੇ ਹੋਏ ਅੰਮ੍ਰਿਤ ਦੀ ਬੇਅਦਬੀ ਨਹੀਂ ਕਰ ਸਕਦਾ। ਕਹਿੰਦੇ ਮਰਨ ਵਾਸਤੇ ਤਿਆਰ ਹੋ ਜਾ। ਸ਼ਬਦ ਦਾ ਬੜਾ ਅਭਿਆਸੀ ਸੀ, ਕਿਉਂਕਿ ਇਹਦਾ ਪਿਤਾ ਇਹਨੂੰ ਛੋਟੇ ਹੁੰਦੇ ਨੂੰ ਮਹਾਰਾਜ ਦਸਮ ਪਾਤਸ਼ਾਹ ਜੀ ਦੇ ਕੋਲ ਲੈ ਕੇ ਜਾਂਦਾ ਸੀ ਅਨੰਦਪੁਰੀ ਦੇ ਵਿੱਚ, ਤੇ ਗੁਰਮੁਖੋ ਇਹਨੂੰ ਸਮੇਤ ਪਰਿਵਾਰ, ਇਹਦੇ ਪਰਿਵਾਰ ਨੂੰ ਵੀ, ਸਾਰੇ ਨੂੰ, ਬੱਚਿਆਂ ਨੂੰ ਵੀ ਸ਼ਹੀਦ ਕਰ ਦਿੱਤਾ ਸੀ। ਕੋਲੂ ਵਿੱਚ ਪੀੜ ਕੇ ਇਹਦੀ ਖੱਲ ਵੀ ਪੁੱਠੀ ਉਤਾਰੀ ਗਈ, ਪਰ ਸੀ ਨਹੀਂ ਕੀਤੀ, ਕਿਉਂਕਿ ਸ਼ਬਦ ਦੀ ਕਮਾਈ। ਉਹ ਕਹਿੰਦੇ ਸਰੀਰ ਨੇ ਤਾਂ ਇੱਕ ਦਿਨ ਮਰਨਾ ਹੀ ਹੈ। ਜਿਵੇਂ ਸਾਹਿਬਜ਼ਾਦਿਆਂ ਨੂੰ, ਛੋਟਿਆਂ ਨੂੰ ਜਦੋਂ ਆਖਿਆ ਗਿਆ ਨਾ ਵੀ ਤੁਹਾਨੂੰ ਅਸੀਂ ਸੂਬੇਦਾਰੀਆਂ ਦੇ ਦਿਆਂਗੇ, ਇਹ ਕਰ ਦਾਂਗੇ, ਉਹ ਕਹਿੰਦੇ 7 ਸਾਲ ਜੀ ਕੇ ਵੀ ਮਰਨਾ ਜ਼ਰੂਰ ਹੈ। ਕਹਿੰਦੇ 100 ਸਾਲ ਹੋਰ ਵੀ ਜੀਵਾਂਗੇ, ਮਰਨਾ ਤੇ ਇੱਕ ਦਿਨ ਜ਼ਰੂਰ ਹੈ। ਫਿਰ ਆਪਣੀ ਕੌਮ ਤੋਂ ਕਿਉਂ ਨਾ ਸਦਕੇ ਹੋ ਕੇ ਮਰੀਏ। ਜਿਨ੍ਹਾਂ ਦੇ ਅੰਦਰ ਸ਼ਬਦ ਵਸ ਗਿਆ, ਉਹ ਆਤਮਾ ਸਰੀਰ ਤੋਂ ਪਰੇ ਹੋ ਜਾਂਦੀ ਹੈ। ਸਰੀਰ ਦੇ ਭਾਂਡੇ ਨੂੰ ਕੋਈ ਜਿੰਨਾ ਮਰਜ਼ੀ ਮਾਰੀ ਕੁੱਟੀ ਜਾਵੇ, ਭੰਨ ਦੇਵੇ, ਉਹ ਆਤਮਾ ਇਸ ਸਰੀਰ ਤੋਂ ਪਰੇ ਹੋ ਕੇ ਬ੍ਰਹਮਾਨੰਦ ਵਿੱਚ ਲੀਨ ਹੁੰਦੀ ਹੈ। ਪਰ ਜਦੋਂ ਤੱਕ ਆਪਾਂ ਇਸ ਸਰੀਰ ਰੂਪੀ ਚਲੇ ਵਿੱਚ ਰੁਕੇ ਹਾਂ ਤਾਂ ਫਿਰ ਦੁੱਖ ਹੁੰਦਾ ਹੈ, ਸਾਨੂੰ ਰੋਗ ਲੱਗਦੇ, ਫਿਰ ਕਲਪਦੇ ਹਾਂ, ਆਤਮਾ ਫਿਰ ਕਲਪਦੀ ਹੈ। ਜਿਵੇਂ ਪਾਣੀ ਹੈ ਤਾਂ ਨਿਰਮਲ, ਪਰ ਇੱਕ ਚਲੇ ਵਿੱਚ ਪੈ ਗਿਆ ਨਾ, ਟੋਏ ਵਿੱਚ, ਤਾਂ ਉੱਥੇ ਰੁਕ ਕੇ ਗੰਦਾ ਹੋ ਜਾਂਦਾ ਹੈ, ਬਦਬੂ ਮਾਰਨ ਲੱਗ ਜਾਂਦਾ ਹੈ। ਹੁਣ ਉਹ ਬਦਬੂ ਕਿਵੇਂ ਦੂਰ ਹੋਵੇਗੀ? ਜਦੋਂ ਵੱਡੇ ਦਰਿਆ ਵਿੱਚ ਮਿਲ ਗਿਆ, ਉਹਦੀ ਸੰਗਤ ਕਰਕੇ ਉਹ ਪਾਣੀ ਫਿਰ ਨਿਰਮਲ ਹੋ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਦੀ ਸੰਗਤ ਕਰਕੇ ਸਿੱਖ ਫਿਰ ਉਹ ਨਿਰਮਲ ਹੋ ਜਾਂਦਾ ਹੈ, ਉੱਚੇ ਜੀਵਨ ਵਾਲਾ ਹੋ ਜਾਂਦਾ ਹੈ। ਤੋ ਪਾਤਸ਼ਾਹ ਪ੍ਰਮਾਣ ਕਰਦੇ ਨੇ, ਵਡਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਵਿਯੋਗ, ਸਾਰਾ ਵਿਯੋਗ ਵਿਛੋੜਾ ਉਹ ਸਭ ਲੈ ਜਾਂਦਾ, ਜਿਹਦੇ ਕਾਰਨ ਦੁੱਖ ਰੋਗ ਲੱਗੇ ਹੋਏ ਨੇ। ਨਾਨਕ ਕੋ ਪ੍ਰਭ ਰਾਖ ਲੈ, ਮੇਰੇ ਸਾਹਿਬ ਬੰਦੀ ਮੋਚ। ਗੁਰਮੁਖ ਸਦਾ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ। ਬੰਦਗੀ ਕਰਕੇ, ਸਿਮਰਨ ਕਰਕੇ ਸੋਝੀ ਆ ਗਈ ਨਾ, ਤਾਂ ਉਹਨਾਂ ਦੀ ਇੱਕੋ ਅਰਦਾਸ ਹੁੰਦੀ ਹੈ, ਮਨ ਮੰਦਰ ਤਨ ਵੇਸ ਕਲੰਦਰ, ਘਾਟੀ ਤੀਰਥ ਨਾਵਾ, ਏਕ ਸ਼ਬਦ ਮੇਰੇ ਪ੍ਰਾਣ ਵਸਤੈ, ਬੋੜ ਜਨਮ ਨਾ ਆਵਾਂ। ਬਸ ਹੁਣ ਸ਼ਬਦ ਵਸ ਗਿਆ ਪ੍ਰਾਣਾਂ ਦੇ ਵਿੱਚ, ਕਹਿੰਦੇ ਮਾਲਕ ਕਿਰਪਾ ਕਰੀ, ਹੁਣ ਮੁੜ ਕੇ ਮੈਂ ਜੰਮਣ ਮਰਨ ਦੇ ਗੇੜ ਵਿੱਚ ਨਾ। ਮਨ ਵਿਦਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੈ ਪੀਰ ਪੁਰਾਈ, ਹਮਲਾਈ ਚਿੰਤ ਪਰਾਈ। ਗੁਰਮੁਖ ਸ਼ਬਦ ਨਾਲ ਜੁੜ ਗਏ, ਜੀਵਦੇ ਜੀ ਮੁਕਤ ਹੋ ਗਏ, ਤੇ ਪਾਤਸ਼ਾਹ ਪ੍ਰਮਾਣ ਕਰਦੇ ਨੇ, ਉਹ ਸਦਾ ਇਹੀ ਅਰਦਾਸ ਕਰਦੇ ਨੇ ਕਿ ਮਾਲਕ ਤੂੰ ਕਿਰਪਾ ਬਣਾ ਕੇ ਰੱਖ ਜਦੋਂ ਤੱਕ ਇਹ ਸਰੀਰ ਵਿੱਚ ਆ, ਕਿਉਂਕਿ ਕੋਈ ਪਤਾ ਨਹੀਂ ਕਿੱਥੇ ਇਸ ਮਨ ਨੇ ਫਿਸਲ ਜਾਣਾ, ਇਸ ਕਰਕੇ ਤੂੰ ਆਪਣੀ ਕਿਰਪਾ ਬਣਾ ਕੇ ਰੱਖੀ। ਹੁਣ ਜਿਵੇਂ ਸ੍ਰੀ ਰਾਗ ਦੇ ਆਰੰਭ ਵਿੱਚ ਪਹਿਲਾ ਸ਼ਬਦ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਉੱਥੇ ਪਾਤਸ਼ਾਹ ਜੀ ਨੇ ਦੱਸਿਆ ਸਾਡਾ ਮਨ ਕਿੱਥੇ ਕਿੱਥੇ ਫਿਸਲ ਸਕਦਾ ਹੈ, ਕੋਈ ਪਤਾ ਨਹੀਂ ਹੈ। ਸਤਿਗੁਰੂ ਜੀ ਦੇ ਬਚਨ ਨੇ, ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀ ਪਾਵੈ, ਚਾਓ ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੈ ਨਾਓ। ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਓ। ਅੱਜ ਜਿਹੜੇ ਮਨੁੱਖ ਕੋਲ ਬਹੁਤ ਧਨ ਆ ਗਿਆ ਨਾ, ਉਹ ਗਰਕ ਜਾਂਦਾ ਹੈ।
ਉਹ ਪੁੱਠੇ ਸਿੱਧੇ ਕੰਮ ਕਰਨ ਲੱਗ ਜਾਂਦਾ ਹੈ। ਪੈਸਾ ਐਸੀ ਇੱਕ ਸ਼ਕਤੀ ਹੈ ਕਿ ਮਨੁੱਖ ਕੋਲ ਜਦੋਂ ਆਉਂਦੀ ਹੈ ਤੇ ਇਹਨੂੰ ਪਾਗਲ ਕਰ ਦਿੰਦੀ ਹੈ। ਧਨ ਦੌਲਤ ਤੇ ਮਨੁੱਖ ਇਹਦੇ ਨਾਲ ਬੜੇ ਬੜੇ ਉਪੱਦਰ ਕਰਦਾ ਹੈ, ਬੜੇ ਬੜੇ ਪਾਪ ਕਰਮ ਕਰਦਾ ਹੈ। ਸ਼ਕਤੀ ਤੋਂ ਬਿਨਾਂ ਚੰਗਾ ਕੰਮ ਵੀ ਨਹੀਂ ਹੋ ਸਕਦਾ, ਸ਼ਕਤੀ ਤੋਂ ਬਿਨਾਂ ਮਾੜਾ ਕੰਮ ਵੀ ਨਹੀਂ ਹੋ ਸਕਦਾ। ਜੇ ਮਨੁੱਖ ਦੇ ਸਰੀਰ ਵਿੱਚ ਸ਼ਕਤੀ ਨਾ ਹੋਵੇ, ਉਹ ਕਿਵੇਂ ਮਾੜਾ ਕਰਮ ਕਰੇਗਾ। ਚੰਗਾ ਕਰਮ ਕਰਨ ਵਾਸਤੇ ਵੀ ਸ਼ਕਤੀ ਚਾਹੀਦੀ ਹੈ ਤੇ ਮਾੜਾ ਕਰਮ ਕਰਨ ਵਾਸਤੇ। ਜੇ ਆਪਾਂ ਦਾਨ ਪੁੰਨ ਕਰਨਾ, ਲੰਗਰ ਲਾਣਾ, ਪੈਸਾ ਚਾਹੀਦਾ ਹੈ। ਤੇ ਜੇ ਕਿਤੇ ਮਾੜਾ ਕਰਮ ਕਰਨਾ ਹੈ ਜੀਵਨੇ, ਤਾਂ ਵੀ ਪੈਸਾ ਚਾਹੀਦਾ ਹੈ। ਤੋ ਮਾੜੇ ਪਾਸੇ ਵੱਲ ਧਿਆਨ, ਨੀਵੇਂ ਪਾਸੇ ਵੱਲ ਧਿਆਨ ਜ਼ਿਆਦਾ ਜਾਂਦਾ ਹੈ। ਕੁਦਰਤੀ ਇਹ ਨਿਯਮ ਹੈ ਕਿ ਮਾੜੇ ਪਾਸੇ ਵੱਲ, ਜਿਵੇਂ ਆਪਾਂ ਪਹਾੜ ਤੇ ਜਾਈਏ ਨਾ, ਜ਼ੋਰ ਲਾਉਣਾ ਪੈਂਦਾ ਉਚਾਈ ਤੇ ਜਾਣਾ, ਤੇ ਜੇ ਆਉਣਾ ਫਿਰ ਜ਼ੋਰ ਲਾਉਣ ਦੀ ਲੋੜ ਨਹੀਂ ਹੈ। ਨੀਵੇਂ ਨੂੰ ਤੇ ਬੰਦਾ ਉਂਝ ਰਿੜਦਾ ਆਉਂਦਾ ਹੈ। ਚੰਗੇ ਪਾਸੇ ਜਾਣਾ ਤੁਹਾਨੂੰ ਮਿਹਨਤ ਕਰਨੀ ਪਏਗੀ, ਬੜੀ ਮੁਸ਼ੱਕਤ ਕਰਨੀ ਪਵੇਗੀ। ਮਾੜੇ ਕਰਮ ਦੀ ਟ੍ਰੇਨਿੰਗ ਲੈਣ ਦੀ ਲੋੜ ਨਹੀਂ ਹੁੰਦੀ। ਚੰਗੇ ਕਰਮ ਸਿੱਖਣ ਵਾਸਤੇ ਬੜੀ ਮਿਹਨਤ ਕਰਨੀ ਪੈਂਦੀ ਹੈ, ਪਰ ਮਾੜੇ ਕਰਮ ਦੀ ਟ੍ਰੇਨਿੰਗ ਲੈਣ ਦੀ ਲੋੜ ਨਹੀਂ, ਉਹ ਤਾਂ ਸੁਤੇ ਸਿੱਧ ਹੋ ਜਾਂਦਾ ਹੈ। ਜ਼ਿਮੀਂਦਾਰ ਹੁਣ ਕਣਕ ਦੀ ਬਿਜਾਈ ਕਰਨੀ ਹੈ, ਸਿੱਟੀ ਜੋਦਰੀ ਜਿਹੜਾ ਸਵਾਂਕ ਹੈ ਉਹ ਬੀਜਦੇ ਨਹੀਂ ਹਨ, ਉਹ ਤਾਂ ਆਪਣੇ ਆਪ ਹੀ ਪੈਦਾ ਹੋ ਜਾਂਦਾ ਹੈ। ਕਣਕ ਦਾ ਬੀਜ ਵਧੀਆ ਕੁਆਲਿਟੀ ਦਾ ਲਿਆਉਣਾ ਪਵੇਗਾ, ਖੇਤ ਨੂੰ ਵਾਹਣਾ ਪਏਗਾ, ਬੜੀ ਮਿਹਨਤ ਕਰਨੀ ਪਏਗੀ, ਤੇ ਉਹਦੇ ਤੋਂ ਦੌਲਤ ਪੈਦਾ ਹੋਵੇਗੀ, ਰਿਜ਼ਕ ਪੈਦਾ ਹੋਵੇਗਾ, ਸਾਰੇ ਦਲਿੱਦਰ ਦੂਰ ਹੋ ਜਾਣਗੇ। ਪਰ ਗੁਰਮੁਖੋ, ਮਾੜੀ ਚੀਜ਼ ਨੂੰ ਪੈਦਾ ਕਰਨ ਦੀ ਲੋੜ ਨਹੀਂ, ਉਹ ਤਾਂ ਆਪਣੇ ਆਪ ਹੀ ਹੋ ਜਾਂਦੀ ਹੈ। ਮਾੜਾ ਕਰਮ ਕਰਨ ਦੀ ਲੋੜ ਨਹੀਂ। ਅੱਖਾਂ ਨੇ ਮਾੜਾ ਵੇਖ ਲੈਣਾ ਹੈ, ਕੰਨਾਂ ਨੇ ਮਾੜਾ ਸੁਣ ਹੀ ਲੈਣਾ ਹੈ, ਰਸਨਾ ਨੇ ਮਾੜਾ ਬੋਲ ਹੀ ਦੇਣਾ ਹੈ। ਤੋ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਅਰਦਾਸ ਕਰਿਆ ਕਰੋ, ਮਤਾ ਮਹਿਲ ਮਾੜੀਆਂ ਨੂੰ ਵੇਖ ਕੇ ਮੈਂ ਤੈਨੂੰ ਭੁੱਲ ਜਾਵਾਂ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀ ਪਾਵੈ ਚਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੈ ਨਾਉ। ਮਨੁੱਖ ਨੇ ਕਈ ਵਾਰ ਐਸਾ ਵੇਖਣ ਵਿੱਚ ਆਉਂਦਾ ਹੈ, ਜਿਹੜਾ ਇਹਦੇ ਵਿੱਚ ਆਇਆ ਕਸਤੂਰ ਕੁੰਗੂ, ਸੁਗੰਧੀ ਲਾਈ ਹੋਵੇ, ਵਧੀਆ ਕੱਪੜੇ ਪਾਏ ਹੋਣ ਨਾ, ਤੇ ਆਪਾਂ ਸੇਵਾ ਤੋਂ ਪਰਾਂ ਹਟਦੇ ਹਾਂ, ਮੇਰੇ ਕੱਪੜੇ ਨਾ ਖਰਾਬ ਹੋ ਜਾਣ। ਇੱਥੇ ਭੁੱਲ ਗਏ ਨਾ ਮਾਇਆ ਨੂੰ ਦੇਖ ਕੇ, ਇਹ ਮੰਦਰਾਂ ਨੂੰ ਵੇਖ ਕੇ, ਪਦਾਰਥਾਂ ਨੂੰ ਵੇਖ ਕੇ ਬੰਦਾ ਕਹਿੰਦਾ ਨਹੀਂ ਨਹੀਂ ਮੈਂ ਨਹੀਂ ਲੰਗਰ ਵਰਤਾਣਾ, ਦਾਲ ਦੇ ਛਿੱਟੇ ਪੈ ਜਾਣਗੇ, ਜੂੜ ਲੱਗ ਜਾਏਗੀ, ਕਿਤੇ ਕੱਪੜੇ ਮੈਲੇ ਨਾ ਹੋ ਜਾਣ। ਇਹ ਅਰਦਾਸ ਕਿ ਹੇ ਮਾਲਕ, ਕਿਤੇ ਇਹਨਾਂ ਚੀਜ਼ਾਂ ਨੂੰ ਵੇਖ ਕੇ ਮੈਂ ਭੁੱਲ ਨਾ ਜਾਵਾਂ, ਪੈਸੇ ਨੂੰ, ਧਨ ਦੌਲਤਾਂ ਨੂੰ, ਕੱਪੜਿਆਂ ਨੂੰ ਬਚਾਉਣ ਲੱਗਿਆ, ਸੇਵਾ ਦਾ ਮੌਕਾ ਮਿਲੇ ਸੇਵਾ ਹੀ ਨਹੀਂ ਕੀਤੀ। ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਈ ਤਾਉ, ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ, ਮੋਹਣੀ ਮੁਖ ਮਣੀ ਸੋਇ, ਕਰੇ ਰੰਗ ਫਸਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੈ ਨਾਉ। ਪਤੀ ਪਤਨੀ ਇੱਕ ਦੂਜੇ ਦੇ ਮੋਹ ਵਿੱਚ ਪਾਤਸ਼ਾਹ ਕਹਿੰਦੇ ਗਰਸੇ ਗਏ। ਪਤੀ ਨੂੰ ਵੇਖ ਕੇ ਰੱਬ ਭੁੱਲ ਗਿਆ, ਨਿਤਨੇਮ ਵੀ ਭੁੱਲ ਗਿਆ, ਪਤਨੀ ਨੂੰ ਵੇਖ ਕੇ ਪਰਮਾਤਮਾ ਭੁੱਲ ਗਿਆ, ਬੱਚਿਆਂ ਨੂੰ ਵੇਖ ਕੇ ਰੱਬ ਭੁੱਲ ਗਿਆ। ਕਹਿੰਦੇ ਛੱਡੋ ਪਰ ਅੱਜ ਨਿਤਨੇਮ ਕੀ ਕਰਨਾ। ਪਤਨੀ ਕਹਿੰਦੀ ਚੱਲ ਬਾਜ਼ਾਰ ਘੁੰਮ ਕੇ ਆਈਏ, ਕਿਤੇ ਸੈਰ ਕਰਕੇ ਆਈਏ। ਮੋਹਣੀ ਮੁਖ ਮਣੀ ਸੋਵੈ, ਕਰੇ ਰੰਗ ਫਸਾਓ। ਉਹ ਇਸ ਤਰ੍ਹਾਂ ਦੇ ਹਾਵ ਭਾਵ ਕਰਦੀ, ਬੰਦਾ ਕਹਿੰਦੇ ਚਲੋ ਅੱਜ ਸੇਵਾ ਕਰਨ ਕੀ ਜਾਣਾ, ਨੇਮ ਚੱਲਿਆ ਆ ਰਿਹਾ ਸੀ, ਛੱਡ ਦਿੱਤਾ। ਹੇ ਵਾਹਿਗੁਰੂ ਕਿਰਪਾ ਰੱਖੀ, ਕਿਤੇ ਇਸ ਤਰ੍ਹਾਂ ਪਰਿਵਾਰ ਨੂੰ ਵੇਖ ਕੇ ਮੈਂ ਤੈਨੂੰ ਭੁੱਲ ਨਾ ਜਾਵਾਂ, ਕਿਉਂਕਿ ਕੋਈ ਪਤਾ ਨਹੀਂ ਸਾਡੀ ਮੌਤ ਦਾ ਕਿਹੜਾ ਛਿਨ ਹੈ। ਇਹ ਜ਼ਰੂਰ ਨਹੀਂ ਕੋਈ ਬੰਦਾ ਬਿਮਾਰ ਹੋ ਕੇ ਮਰੇ ਜਾਂ ਬਜ਼ੁਰਗ ਹੋ ਕੇ ਮਰੇ, ਕੋਈ ਪਤਾ ਨਹੀਂ ਕਿਹੜੇ ਛਿਨ ਉਹਨੇ ਕਿਸ ਤਰ੍ਹਾਂ ਮਰ ਜਾਣਾ ਹੈ। ਮੋਹਣੀ ਮੁਖ ਮਣੀ ਸੋਇ, ਕਰੇ ਰੰਗ ਫਸਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੈ ਨਾਉ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਿੱਧ ਹੋਵਾਂ ਸਿੱਧ ਲਾਈ, ਰਿਦ ਆਖਾਂ ਆਓ, ਗੁਪਤ ਪ੍ਰਗਟ ਹੋਏ, ਵੈਸਾ ਲੋਕ ਰਾਖੈ ਭਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੈ ਨਾਉ। ਧਰਮ ਦੀ ਦੁਨੀਆ ਵਿੱਚ ਆ ਜਾਓ। ਮਹਾਰਾਜ ਕਹਿੰਦੇ ਜਦੋਂ ਕਿਸੇ ਨੇ ਥੋੜਾ ਜਿਹਾ ਨਾਮ ਜਪਿਆ ਨਾ, ਪੂਜਾ ਹੋਣ ਲੱਗ ਪਈ। ਮਹਾਰਾਜ ਕਿਤੇ ਲੋਕ ਰਿਧੀਆਂ ਸਿੱਧੀਆਂ ਆ ਗਈਆਂ, ਲੋਕ ਪੂਜਾ ਕਰਨ ਲੱਗ ਪਏ, ਸਤਿਕਾਰ ਕਰਨ ਲੱਗ ਪਏ, ਤੇ ਆਪ ਹੀ ਰੱਬ ਬਣ ਕੇ ਬੈਠ ਗਿਆ। ਗੁਰੂ ਦੀ ਮਰਿਆਦਾ ਨੂੰ ਹੀ ਭੁੱਲ ਗਿਆ। ਗੁਰੂ ਦੇ ਬਰਾਬਰ ਕਈ ਗੱਦੀ ਲਾ ਕੇ ਬਹਿ ਜਾਂਦੇ ਨੇ। ਆਪਾਂ ਵੇਖਦੇ ਹਾਂ ਕਈ ਘਰਾਂ ਵਿੱਚ ਐਸਾ ਹੁੰਦਾ, ਤੇ ਇੱਕ ਪਾਸੇ ਅਖੰਡ ਪਾਠ ਹੁੰਦਾ, ਕੋਈ ਆ ਜੇ ਨਾ
ਤੇ ਉਹਦੀ ਗੱਦੀ ਲਾ ਦੇਣਗੇ, ਉਹਨੂੰ ਮੱਥਾ ਉੱਤੇ ਟੇਕਣ ਲੱਗ ਜਾਣਗੇ। ਪਾਤਸ਼ਾਹ ਕਹਿੰਦੇ ਇਹ ਮਾਲਕ ਕਿਰਪਾ ਕਰੀ, ਮਤਾ ਰਿਧੀਆਂ ਸਿੱਧੀਆਂ ਵਿੱਚ ਫਸ ਕੇ ਮੈਂ ਤੈਨੂੰ ਭੁੱਲ ਜਾਵਾਂ, ਮਰਿਆਦਾ ਹੀ ਤੋੜ ਦੇਵਾਂ। ਸੁਲਤਾਨ ਹੋਵਾਂ ਮੇਲ ਲਸ਼ਕਰ ਤਖਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਉ। ਕਿਤੇ ਕਿਰਪਾ ਹੋ ਜੇ, ਕੋਈ ਰਾਜਨੀਤਿਕ ਬਣ ਜਾਵੇ, ਰਾਜਾ ਬਣ ਗਿਆ, ਫਿਰ ਉਹ ਪਹਿਲਾਂ ਤਾਂ ਬੜੇ ਵਾਅਦੇ ਕਰਦਾ ਸੀ ਮੈਂ ਇਹ ਕੁਝ ਕਰਾਂਗਾ, ਮੁੜ ਕੇ ਆਪਣੀ ਕੌਮ ਦੀ ਬਰਬਾਦੀ ਕਰਨ ਲੱਗ ਪਿਆ। ਜਿਵੇਂ ਅੱਜ ਦਾ ਸਾਡਾ ਪੰਜਾਬ ਦਾ CM ਕਰ ਰਿਹਾ ਹੈ। ਸਾਡੇ ਉਹ ਬੇਕਸੂਰ ਨੌਜਵਾਨ, ਜੇ ਕੋਈ ਮਾੜਾ ਮੋਟਾ ਕਸੂਰ, ਉਹਦਾ ਐਡਾ ਵੱਡਾ ਥੋੜਾ ਉਹਨਾਂ ਤੇ ਦੋਸ਼ ਲਾਤਾ NSA ਲਾ ਕੇ, ਤੇ ਉਹਨਾਂ ਨੂੰ ਉਹ ਕਿੰਨੀ ਦੂਰ ਜਾ ਕੇ ਜੇਲ੍ਹ ਵਿੱਚ ਸੁੱਟ ਦਿੱਤਾ। ਹੋਵੇ ਪੰਜਾਬ ਦਾ ਮੁੱਖ ਮੰਤਰੀ, ਲੋਕਾਂ ਨੇ ਬਣਾਈ, ਚੰਗੇ ਕੰਮ ਕਰੇਗਾ ਤਾਂ ਉਹ ਜਦੋਂ ਸੱਤਾ ਆ ਗਈ ਫਿਰ ਉਹ ਬੰਦਾ ਭੁੱਲ ਜਾਂਦਾ ਜਿਹੜਾ ਕਹਿੰਦਾ ਸੀ VIP ਕਲਚਰ ਖਤਮ ਕਰ ਦੇਣਾ ਹੈ। ਹੁਣ 50 ਦਾ 20 ਗੱਡੀਆਂ ਉਹਦੇ ਨਾਲ ਚੱਲਦੀਆਂ ਨੇ, ਪਤਾ ਨਹੀਂ ਕਿੰਨੀ ਕੁ ਸਿਕਿਉਰਟੀ ਲੱਗੀ ਹੁੰਦੀ ਹੈ। ਜਿਹੜਾ ਕਹਿੰਦਾ ਸੀ ਨਹੀਂ ਮੈਂ ਤੇ ਆਮ ਲੋਕਾਂ ਵਾਂਗ ਨਾਲ ਸਿਲੰਡਰ ਆਪਣੀ ਲੈਣ ਵਿੱਚ ਭਰ ਕੇ ਭਰਾਵਾਂਗਾ, ਅੱਜ ਉਹਨੂੰ ਪੁੱਛੋ। ਭਾਵ ਕਿ ਪਾਤਸ਼ਾਹ ਕਹਿੰਦੇ ਹੇ ਮਾਲਕ ਤੂੰ ਕਿਰਪਾ ਰੱਖੀ, ਇਹ ਬੰਦਗੀ ਤੋਂ ਬਿਨਾਂ ਇਹ ਚੀਜ਼ਾਂ ਸਾਂਭੀਆਂ ਨਹੀਂ ਜਾਂਦੀਆਂ, ਇਹ ਪਾਪ ਹੋ ਜਾਂਦਾ ਫਿਰ ਜੀਵ ਤੋਂ। ਸੁਲਤਾਨ ਹੋਵਾਂ ਮੇਲ ਲਸ਼ਕਰ ਤਖਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਾਹਿਬ ਵਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਉ। ਤੋ ਗੁਰਮੁਖ ਅਰਦਾਸ ਕਰਦੇ ਨੇ ਨਾਨਕ ਕੋ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਮੋਚ। ਬੰਧਨਾਂ ਤੋਂ ਛੁਟਕਾਰਾ ਕਰਨ ਵਾਲੇ ਹੇ ਵਾਹਿਗੁਰੂ ਕਿਰਪਾ ਕਰੀ ਮੈਨੂੰ ਰੱਖ ਲੈ, ਕਤਕ ਹੋਵੇ ਸਾਧ ਸੰਗ ਬਿਨਸੇ ਸਭੇ ਸੋਚ। ਮਹਾਰਾਜ ਕਹਿੰਦੇ ਕੱਤਕ ਦੇ ਮਹੀਨੇ ਦੁਆਰਾ ਜੇ ਗੁਰੂ ਦਾ ਸੰਗ ਕਰਦੇ ਰਹੋਗੇ ਨਾ, ਸਾਰੇ ਫਿਕਰ ਸੋਚਾਂ ਖਤਮ ਹੋ ਜਾਣਗੀਆਂ, ਝੋਰੇ ਖਤਮ ਹੋ ਜਾਣਗੇ, ਭਾਵ ਸਭ ਤਰ੍ਹਾਂ ਦੀ ਚਿੰਤਾ ਖਤਮ ਹੋ ਜਾਵੇਗੀ। ਗੁਰੂ ਦਾ ਲੜ ਪਕੜ ਕੇ ਰੱਖਣਾ, ਭਾਵੇਂ ਤੁਸੀਂ ਰਾਜੇ ਬਣ ਜਾਓ, ਮਹਾਰਾਜੇ ਬਣ ਜਾਵੋ, ਕਿੰਨੀਆਂ ਦੌਲਤਾਂ ਆ ਜਾਣ, ਤੁਹਾਨੂੰ ਡਰਨ ਦੀ ਲੋੜ ਨਹੀਂ ਜੇਕਰ ਬਾਣੀ ਦਾ ਲੜ ਪਕੜਿਆ ਹੋਇਆ, ਗੁਰੂ ਦਾ ਲੜ ਪਕੜਿਆ ਹੈ। ਸੋ ਗੁਰਮੁਖੋ ਆਪਣੇ ਜੀਵਨ ਦੇ ਵਿੱਚ ਵੀ ਹੁੰਦਾ, ਪਦਾਰਥ ਆ ਜਾਵੇ ਬੰਦਾ ਨਿਤਨੇਮ ਭੁੱਲ ਜਾਂਦਾ ਹੈ। ਸੋ ਗੁਰੂ ਦੇ ਚਰਨਾਂ ਵਿੱਚ ਇਹੀ ਮਹਾਰਾਜ ਤੁਹਾਡੀ ਬਾਣੀ ਨਾ ਵਿਸਰੇ, ਨਾਮ ਨਾ ਵਿਸਰੇ, ਐਸੀ ਕਿਰਪਾ ਬਣਾ ਕੇ ਰੱਖਣੀ। ਸਤਿਗੁਰੂ ਜੀ ਮਹਿਰਾਮਤ ਕਰਨ, ਸਤਿਗੁਰੂ ਦੇ ਬਚਨਾਂ ਨੂੰ ਕਮਾ ਕੇ ਲਾਹਾ ਲੈ ਸਕੀਏ। ਸਤਿਗੁਰੂ ਦੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜੀ। ਸਤਿਗੁਰੂ ਕਿਰਪਾ ਕਰਨ, ਕੱਤਕ ਦਾ ਮਹੀਨਾ ਆਉਣ ਵਾਲਾ ਸਮਾਂ ਸਾਰੇ ਸੰਸਾਰ ਵਾਸਤੇ ਖੁਸ਼ੀਆਂ ਭਰਿਆ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।